ਕੀ ਕਾਰਨ ਹੈ ਪੰਜਾਬੀ ਯੂਨੀਵਰਸਿਟੀ ਕਿਉਂ ਮਿੰਨਤ ਤਰਲੇ ਤੇ ਆਈ ਹੋਈ ਹੈ? ਜਦੋਂ ਉਹ ਗਏ ਨੇ ਤਾਂ ਉਸ ਸਮੇਂ ਯੂਨੀਵਰਸਿਟੀ ਘੱਟੋ ਘੱਟ 50-60 ਕਰੋੜ ਰੁਪਏ ਵਾਧੇ 'ਚ ਸੀ। ਆਖਰ ਇਹੋ ਜਿਹੀ ਕੀ ਹਾਲਾਤ ਬਣੇ ਨੇ ਕਿ 10 ਸਾਲਾਂ ਦੇ ਵਿੱਚ ਇੰਨਾ ਫਾਲ ਡਾਊਨ ਵੱਜ ਗਿਆ। ਇਹ ਬਹੁਤ ਗੰਭੀਰ ਵਿਸ਼ਾ ਹੈ, ਸੋਚਣ ਦੀ ਗੱਲ ਹੈ। ਰਾਜਨੀਤਿਕ ਬੰਦੇ ਸਨ, ਉਹ ਆਪਣੇ ਲੋੜਾਂ ਦੇ ਅਨੁਸਾਰ ਸਰਕਾਰ ਨੂੰ ਵਰਤਦੇ, ਸਰਕਾਰ ਆਪਣੀ ਲੋੜਾਂ ਦੇ ਅਨੁਸਾਰ ਉਹਨਾਂ ਨੂੰ ਵਰਤਦੀ ਹੈ। ਇਸ ਵੇਲੇ ਕੀ ਸੋਚ ਰਿਹਾ 3 ਸਾਲ ਕਾਂਗਰਸ ਸਰਕਾਰ ਨੂੰ ਹੋ ਗਏ ਜੀ, ਹੁਣ ਸੋਚਣ ਦੇ ਲਾਇਕ ਹੀ ਨਹੀਂ ਰਿਹਾ ਸਿਸਟਮ। ਤਾਂ ਲੱਗਦਾ ਕਿ ਜਿੰਨੀਆਂ ਭਰਤੀਆਂ ਯੂਨੀਵਰਸਿਟੀ 'ਚ ਅੱਜ ਤੱਕ ਹੋਈਆਂ ਨੇ ਉਹ ਕੰਪੀਟੀਸ਼ਨ ਦੇ ਤਹਿਤ ਹੋਈਆਂ ਜਾਂ ਕੋਈ ਬੈਕਡੋਰ ਐਂਟਰੀਜ਼ ਨੇ? ਇਹ 80 ਜਾਂ 90% ਭਰਤੀ ਇਹੋ ਜਿਹੀਆਂ ਨੇ ਕਿ ਜਿਨ੍ਹਾਂ ਲਈ ਇੱਕ ਸਪੈਸ਼ਲ ਪੋਸਟ ਤਿਆਰ ਹੁੰਦੀ ਸੀ। ਮੈਂ ਨਾਂ ਤਾਂ ਨਹੀਂ ਲੈਣਾ ਚਾਹੁੰਦਾ, ਇੱਕ ਇੱਥੇ ਕੰਟਰੋਲਰ ਆਏ ਸਨ, ਉਹ ਸਪੈਸ਼ਲ ਹੀ ਪੋਲੀਟੀਕਲੀ ਪੋਸਟ ਤੇ ਜਾਂ ਪੋਲੀਟੀਕਲੀ ਅਪਰੋਚ ਕਰਕੇ ਇੱਥੇ ਲੱਗੇ ਸਨ, ਪਹਿਲਾਂ ਕਿਸੇ ਕਾਲਜ 'ਚ ਪੜ੍ਹਾਉਂਦੇ ਸਨ। ਇਹੋ ਜਿਹੀ ਐਂਟਰੀਆਂ ਨੇ। ਵਿਜੀਲੈਂਸ ਨੇ ਜਦੋਂ ਮੰਗਿਆ ਆਇਆ ਇਹਨਾਂ ਤੋਂ ਸਪਸ਼ਟੀਕਰਨ ਮੰਗਿਆ ਆਇਆ ਯੂਨੀਵਰਸਿਟੀ ਤੋਂ, ਤਾਂ ਸਿੰਡੀਕੇਟ ਨੇ ਲਿਖ ਕੇ ਦੇ ਦਿੱਤਾ ਕਿ ਅਸੀਂ ਇਹਨੂੰ ਵਿਚਾਰਾਂਗੇ। ਵਿਜੀਲੈਂਸ ਨੇ ਆਪਣੀ ਰਿਪੋਰਟ ਪੇਸ਼ ਕੀਤੀ ਹੈ। ਮੈਂ ਇੱਕ ਕੇਸ SCBCL ਹਾਈ ਕੋਰਟ 'ਚ ਵੀ ਲਾਇਆ ਹੈ ਕਿ ਯੂਨੀਵਰਸਿਟੀ ਵੀ ਕੁਛ ਨਹੀਂ ਕਰ ਰਹੀ ਤਾਂ ਦੂਜੇ ਪਾਸੇ ਵਿਜੀਲੈਂਸ ਵੀ ਕੁਛ ਨਹੀਂ ਕਰ ਰਿਹਾ। ਤੁਹਾਨੂੰ ਲੱਗਦਾ ਹੈ ਕਿ ਇਨਸਾਫ ਮਿਲੂਗਾ ਜਾਂ ਮਿਲ ਸਕਦਾ ਹੈ ਤੁਹਾਨੂੰ ਲੋਕਾਂ ਨੂੰ, ਜਾਂ ਇਦਾਂ ਹੀ ਧਰਨੇ ਮੁਜ਼ਾਹਰੇ ਲੱਗਣਗੇ ਤੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਬਾਹਰ ਵੀ ਕੋਈ ਅਡਾਨੀ ਅੰਬਾਨੀ ਇਹੋ ਜਿਹਾ ਕੋਈ ਬੋਰਡ ਲੱਗ ਜੂਗਾ ਜੀ ਪ੍ਰਾਈਵੇਟਾਈਜ਼ ਹੋ ਗਈ ਜੀ? ਦੇਖੋ ਜੀ, ਜੇ ਸਾਰਾ ਸਿਸਟਮ ਸਹੀ ਹੁੰਦਾ ਸ਼ਾਇਦ ਪੰਜਾਬ ਦਾ ਬੇੜਾ ਨਾ ਬਹਿੰਦਾ। ਮੈਂ ਪੰਜਾਬ ਦੀ ਉਦਾਹਰਨ ਤਾਂ ਲੈ ਰਿਹਾ ਕਿਉਂਕਿ ਅਸੀਂ ਛੋਟੀ ਜਿਹੀ ਉਦਾਹਰਨ ਯੂਨੀਵਰਸਿਟੀ ਦੀ ਵੇਖ ਲਈ। MA MPhil ਵਾਲਿਆਂ ਤੋਂ ਘਰਾਂ ਦੇ ਵਿੱਚ ਗੱਡੀਆਂ ਸਾਫ਼ ਕਰਾਉਂਦੇ ਨੇ, ਆਪਣੇ ਜੁੱਤੇ ਪਾਲਿਸ਼ ਤੱਕ ਕਰਾਉਂਦੇ ਨੇ ਤੇ ਹੋਰ ਕਈ ਤਰੀਕਿਆਂ ਨਾਲ ਐਕਸਪਲੋਇਟ ਕਰਦੇ ਨੇ। ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਔਰ ਇਹਦੇ ਖਿਲਾਫ ਅੱਜ ਤੱਕ ਨਹੀਂ ਆਵਾਜ਼ ਉੱਠੀ ਜੀ। ਜਾਣੀ ਕਿ ਇਹਨਾਂ 9-10 ਸਾਲਾਂ ਦੇ ਵਿੱਚ ਕਿਸੇ ਨੇ ਵੀ ਯੂਨੀਵਰਸਿਟੀ ਬਾਰੇ ਨਹੀਂ ਸੋਚਿਆ ਕਿ ਇਨ ਫਿਊਚਰ ਯੂਨੀਵਰਸਿਟੀ ਦਾ ਕੀ ਹਾਲ ਹੋਵੇਗਾ। ਅੱਜ ਪ੍ਰੋਗਰਾਮ ਗੱਲ ਸੱਚੀ ਹੈ ਦੇ ਵਿੱਚ ਅਸੀਂ ਉਹ ਮੁੱਦਾ ਚੱਕਣ ਜਾ ਰਹੇ ਹਾਂ ਜਿਹੜਾ ਕਈ ਸਾਲਾਂ ਤੋਂ ਲੋਕਾਂ ਦੀ ਜ਼ੁਬਾਨ ਤੇ ਹੈ, ਕਿਉਂਕਿ ਪੰਜਾਬੀ ਦੇ ਮਾਣ ਦਾ ਸਵਾਲ ਹੈ। ਵੱਡੇ ਵੱਡੇ ਫਨਕਾਰ, ਵੱਡੇ ਵੱਡੇ ਖਿਡਾਰੀ ਜਿਸ ਪਾਠਸ਼ਾਲਾ 'ਚੋਂ ਗਏ ਨੇ, ਉਹ ਪਾਠਸ਼ਾਲਾ ਯਾਨੀ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਅੱਜ ਆਪਣੀ ਹੋਂਦ ਨੂੰ ਬਚਾਉਣ ਲਈ ਦਰ-ਦਰ ਭਟਕ ਰਹੀ ਹੈ। ਹਰ ਮਹੀਨੇ ਤਕਰੀਬਨ ਗੁਜ਼ਾਰਿਸ਼ਾਂ ਕੀਤੀਆਂ ਜਾਂਦੀਆਂ ਨੇ, ਬੇਨਤੀਆਂ ਕੀਤੀਆਂ ਜਾਂਦੀਆਂ ਨੇ ਜੀ ਇੰਨੇ ਪੈਸੇ ਸਾਨੂੰ ਭੇਜ ਦਿਓ ਜੀ, ਕਿਸੇ ਤਰੀਕੇ ਅਸੀਂ ਤਨਖਾਹਾਂ ਦੇ ਦਈਏ। 3-3 4-4 ਮਹੀਨਿਆਂ ਦੀਆਂ ਤਨਖਾਹਾਂ ਰੁਕ ਜਾਂਦੀਆਂ ਨੇ। 2-2 ਮਹੀਨੇ ਦੀਆਂ ਤਨਖਾਹਾਂ ਤਾਂ ਆਮ ਗੱਲ ਹੋ ਗਈ ਕਿ 2-3 ਮਹੀਨੇ ਦੀ ਤਾਂ ਤਨਖਾਹ ਲੇਟ ਹੋਣੀ ਹੈ। ਤੇ ਯੂਨੀਵਰਸਿਟੀ ਦੇ ਉਹ ਕਰਮਚਾਰੀ ਇਸ ਵੇਲੇ ਦਰ-ਦਰ ਭਟਕ ਰਹੇ ਨੇ ਕਿ ਭਾਈ ਸਾਡੀਆਂ ਤਨਖਾਹਾਂ ਹੈ ਨਹੀਂ, ਖਰਚੇ ਸਾਡੇ ਉਨੇ ਹੀ ਆ ਤੇ ਅਸੀਂ ਕੁਛ ਨਾ ਕੁਛ ਹੋਰ ਕੰਮ ਨਾਲ ਸ਼ੁਰੂ ਕਰ ਲਈਏ। ਜਿੱਦਣ ਇਹ ਚੀਜ਼ਾਂ ਹੋਣ ਲੱਗੀਆਂ, ਲੋਕ ਦਰ-ਦਰ ਭਟਕਣ ਲੱਗ ਗਏ, ਤਾਂ ਉਸ ਵੇਲੇ ਯੂਨੀਵਰਸਿਟੀ ਜਿਹਨੂੰ ਅਸੀਂ ਕਹਿੰਦੇ ਆ ਕਿ ਪੰਜਾਬੀ ਦਾ ਮਾਣ, ਭਾਸ਼ਾ ਦੇ ਨਾਮ ਤੇ ਪੰਜਾਬ ਦੇ ਵਿੱਚ ਜਿਹੜੀ ਯੂਨੀਵਰਸਿਟੀ ਬਣੀ ਹੋਈ ਹੈ ਤੇ ਵਿਸ਼ਵ ਭਰ ਦੇ ਵਿੱਚ ਦੂਜੀ ਯੂਨੀਵਰਸਿਟੀ ਜਿਹਨੂੰ ਕਿਹਾ ਜਾਂਦਾ ਹੈ ਭਾਸ਼ਾ ਦੇ ਨਾਮ ਤੇ ਹੈ, ਉਹਦੀ ਹੋਂਦ ਹੀ ਖਤਮ ਕਰਨ ਦੇ ਸਾਜ਼ਿਸ਼ਾਂ ਜੋ ਘੜੀਆਂ ਜਾ ਰਹੀਆਂ ਨੇ, ਉਹਨਾਂ ਨੂੰ ਬੇਨਕਾਬ ਕਰਨ ਦੀ ਗੱਲ ਅਸੀਂ ਅੱਜ ਇਸ ਮੰਚ ਤੇ ਕਰਾਂਗੇ। ਤੇ ਸਾਡੇ ਨਾਲ ਇਸ ਵੇਲੇ ਯੂਨੀਵਰਸਿਟੀ ਤੋਂ ਨੁਮਾਇੰਦੇ ਵੀ ਨੇ, ਯੂਨੀਵਰਸਿਟੀ ਦੇ ਕਰਮਚਾਰੀ ਵੀ ਨੇ ਤੇ ਯੂਨੀਅਨਸ ਦੇ ਵੀ ਕਈਆਂ ਦੇ ਪ੍ਰਧਾਨ ਰਹੇ ਨੇ। ਹਰਵਿੰਦਰਪਾਲ ਸਿੰਘ ਸੰਧੂ, ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ। ਹਰਵਿੰਦਰ ਜੀ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਸਰ, ਤੁਹਾਡਾ ਵੀ। ਹਰਵਿੰਦਰ ਜੀ, ਕੀ ਕਾਰਨ ਹੈ ਪੰਜਾਬੀ ਯੂਨੀਵਰਸਿਟੀ ਕਿਉਂ ਮਿੰਨਤ ਤਰਲੇ ਤੇ ਆਈ ਹੋਈ ਹੈ? ਇਹ ਜਦੋਂ ਤੋਂ ਡਾਕਟਰ ਜਸਪਾਲ ਸਿੰਘ ਜੀ ਆਏ ਸਨ, ਉਸ ਤੋਂ ਪਹਿਲਾਂ ਮੈਂ ਥੋੜ੍ਹੀ ਜਿਹੀ ਗੱਲ ਕਰ ਲੈਣਾ। ਜਦੋਂ ਸਵਰਨ ਸਿੰਘ ਬੋਪਰਾ ਆਏ ਸੀ, ਯਾਨੀ ਕਿ ਕਾਂਗਰਸ ਦੀ ਪਹਿਲੀ ਸਰਕਾਰ ਸੀ, ਜਦੋਂ ਉਹ ਗਏ ਨੇ ਤਾਂ ਉਸ ਸਮੇਂ ਯੂਨੀਵਰਸਿਟੀ ਘੱਟੋ ਘੱਟ 50-60 ਕਰੋੜ ਰੁਪਏ ਵਾਧੇ 'ਚ ਸੀ। ਆਖਰ ਇਹੋ ਜਿਹੀ ਕੀ ਹਾਲਾਤ ਬਣੇ ਨੇ ਕਿ 10 ਸਾਲਾਂ ਦੇ ਵਿੱਚ ਇੰਨਾ ਫਾਲ ਡਾਊਨ ਵੱਜ ਗਿਆ। ਇਹ ਬਹੁਤ ਗੰਭੀਰ ਵਿਸ਼ਾ ਹੈ, ਸੋਚਣ ਦੀ ਗੱਲ ਹੈ। ਸਭ ਤੋਂ ਪਹਿਲਾਂ ਤਾਂ ਅਕਾਲੀ ਗੌਰਮੈਂਟ ਨੇ ਜਿਹੜਾ ਉਹਨਾਂ ਨੇ ਨੁਮਾਇੰਦਾ ਲਾਇਆ, ਪੰਜਾਬ ਨੂੰ ਛੱਡ ਕੇ ਦਿੱਲੀ ਤੋਂ ਲੈ ਕੇ ਆਏ ਡਾਕਟਰ ਜਸਪਾਲ ਸਿੰਘ ਨੂੰ। ਉਹ ਰਾਜਨੀਤਿਕ ਬੰਦੇ ਸਨ, ਉਹ ਆਪਣੇ ਲੋੜਾਂ ਦੇ ਅਨੁਸਾਰ ਸਰਕਾਰ ਨੂੰ ਵਰਤਦੇ, ਸਰਕਾਰ ਆਪਣੀ ਲੋੜਾਂ ਦੇ ਅਨੁਸਾਰ ਉਹਨਾਂ ਨੂੰ ਵਰਤਦੀ ਹੈ। ਜਾਣੀ ਕਿ ਇਹਨਾਂ 9-10 ਸਾਲਾਂ ਦੇ ਵਿੱਚ ਕਿਸੇ ਨੇ ਵੀ ਯੂਨੀਵਰਸਿਟੀ ਬਾਰੇ ਨਹੀਂ ਸੋਚਿਆ ਕਿ ਇਨ ਫਿਊਚਰ ਯੂਨੀਵਰਸਿਟੀ ਦਾ ਕੀ ਹਾਲ ਹੋਵੇਗਾ। ਇਸ ਵੇਲੇ ਕੀ ਸੋਚ ਰਿਹਾ 3 ਸਾਲ ਕਾਂਗਰਸ ਸਰਕਾਰ ਨੂੰ ਹੋ ਗਏ ਜੀ? ਹੁਣ ਸੋਚਣ ਦੇ ਲਾਇਕ ਹੀ ਨਹੀਂ ਰਿਹਾ ਸਿਸਟਮ ਜੀ।
ਸਿਸਟਮ ਇੰਨਾ ਕਰਪਟ ਹੋ ਚੁੱਕਿਆ ਜਾਂ ਇੰਨੀ ਓਵਰ ਡਰਾਫਟਿੰਗ ਹੋ ਚੁੱਕੀ ਹੈ ਕਿ ਸਰਕਾਰ ਅੱਜ ਮੈਂ ਕਹਿੰਦਾ ਕਿ ਸਰਕਾਰ ਅੱਜ 500 ਕਰੋੜ ਰੁਪਇਆ ਦੇ ਦੇ ਯੂਨੀਵਰਸਿਟੀ ਨੂੰ। ਸਿਰਫ 500 ਕਰੋੜ ਦੇਣਾ ਹੱਲ ਨਹੀਂ ਹੈ, ਇਹ ਸਿਰਫ 6 ਮਹੀਨਿਆਂ ਦੀ ਖੇਡ ਹੈ। 500 ਕਰੋੜ ਫਿਰ ਖਤਮ ਹੋ ਜਾਏਗਾ। ਸਾਡਾ ਯੂਨੀਵਰਸਿਟੀ ਦਾ ਬਜਟ ਹੈ ਜਿਹੜਾ 30 ਕਰੋੜ ਰੁਪਇਆ ਮਹੀਨੇ ਦਾ ਸੈਲਰੀ ਦਾ, ਤੇ ਸਾਡੀ ਇਨਕਮ ਹੈ ਸਿਰਫ 10 ਕਰੋੜ ਰੁਪਇਆ। ਹੁਣ ਇਹ 30 ਕਰੋੜ ਰੁਪਇਆ ਬਣਿਆ ਕਿਵੇਂ? ਆਖਰ ਜਦੋਂ ਡਾਕਟਰ ਜਸਪਾਲ ਸਿੰਘ ਸਨ, ਉਹਨਾਂ ਨੇ 9 ਸਾਲ ਕੱਟੇ ਨੇ ਯੂਨੀਵਰਸਿਟੀ ਦੇ ਵਿੱਚ। ਉਹਨਾਂ ਨੇ ਆਪਣੇ ਸਮੇਂ 'ਚ ਕਈ ਭਰਤੀਆਂ ਕੀਤੀਆਂ ਨੇ। ਪਹਿਲੀ ਗੱਲ ਤਾਂ ਇਹ ਸੋਚਣ ਵਾਲੀ ਕਿ ਉਹਨਾਂ ਭਰਤੀਆਂ ਦਾ ਰਿਜ਼ਲਟ ਕੀ ਨਿਕਲਿਆ। ਠੀਕ ਹੈ ਕਿ ਕਿਸੇ ਨੂੰ ਰੁਜ਼ਗਾਰ ਮਿਲਿਆ, ਪਰ ਇੱਕ ਪਾਸੇ ਇਹ ਵੀ ਦੇਖਣਾ ਚਾਹੀਦਾ ਕਿ ਉਹਨਾਂ ਭਰਤੀਆਂ ਦੇ ਵਿੱਚ ਪਾਰਸ਼ਲਤਾ ਰਹੀ ਸੀ ਕਿ ਇਹ ਭਰਤੀਆਂ ਸਹੀ ਹੋਈਆਂ ਸਨ। ਦੂਜੇ ਪਾਸੇ ਪੰਜਾਬ ਗੌਰਮੈਂਟ ਨੇ ਕੌਂਸਟੀਟਿਊਟ ਕਾਲਜ ਜਾਂ ਰੀਜਨਲ ਸੈਂਟਰ ਯੂਨੀਵਰਸਿਟੀ ਨੂੰ ਦੇ ਦਿੱਤੀ। ਇੱਕ ਸੈਕਿੰਡ, ਅਸੀਂ ਭਰਤੀਆਂ ਤੇ ਆਨੇ ਆ ਜੀ। ਤੁਹਾਨੂੰ ਲੱਗਦਾ ਹੈ ਕਿ ਭਰਤੀਆਂ ਕੰਪੀਟੀਸ਼ਨ ਨਾਲ ਹੁੰਦੀਆਂ ਨੇ? ਅਕਸਰ ਇਹ ਸੁਣਿਆ ਜਾਂਦਾ ਯੂਨੀਵਰਸਿਟੀ 'ਚ ਕਿ ਜੀ ਬੰਦਾ ਪਹਿਲਾਂ ਡੇਲੀ ਵੇਜਸ ਤੇ ਹੋ ਗਿਆ ਜੀ, ਫਿਰ ਐਡਹੌਕ ਤੇ ਹੋ ਗਿਆ ਜੀ, ਉਹਨੂੰ ਹੀ ਪਰਮਾਨੈਂਟ ਕਰਤਾ ਜੀ, ਜਾਂ ਕੋਈ ਐਲੀਜੀਬਿਲਿਟੀ ਕ੍ਰਾਈਟੇਰੀਆ ਉਹੋ ਜਿਹਾ ਹੋ ਜਾਂਦਾ ਹੈ ਕਿ ਭਈ ਇੰਨੇ ਸਾਲ ਦਾ ਇਹਨੂੰ ਐਕਸਪੀਰੀਅੰਸ ਹੋਵੇ ਤੇ ਫਲਾਣਾ ਐਕਸਪੀਰੀਅੰਸ ਹੋਵੇ ਤੇ ਇੰਨਾ ਇਹ ਪੜ੍ਹਾਈ ਕੀਤੀ ਹੋਵੇ, ਚਾਹੇ ਉਹ ਘੱਟ ਹੈ ਵੱਧ ਹੈ, ਯਾਨੀ ਕਿ ਅਕੋਰਡਿੰਗ ਟੂ ਦ ਕੈਂਡੀਡੇਟ, ਵੀ ਜਿਹੜੇ ਕੈਂਡੀਡੇਟ ਨੂੰ ਤੁਸੀਂ ਸਿਲੈਕਟ ਕਰਨਾ ਹੈ ਉਹੀ ਤੁਸੀਂ ਐਲੀਜੀਬਿਲਿਟੀ ਕ੍ਰਾਈਟੇਰੀਆ ਰੱਖਦੇ ਹੋ। ਇਹ ਆਮ ਸੁਣਨ 'ਚ ਚਰਚਾ ਆਈ ਹੈ ਕਿ ਇਹ ਫਲਾਣੇ ਬੰਦੇ ਲਈ ਪੋਸਟ ਨਿਕਲੀ ਆ ਤੇ ਉਹੀ ਪੂਰੀ ਕਰੂਗਾ ਜੀ, ਹੋਰ ਕੋਈ ਕਰ ਨਹੀਂ ਸਕਦਾ। ਤਾਂ ਲੱਗਦਾ ਕਿ ਜਿੰਨੀਆਂ ਭਰਤੀਆਂ ਯੂਨੀਵਰਸਿਟੀ 'ਚ ਅੱਜ ਤੱਕ ਹੋਈਆਂ ਨੇ ਉਹ ਕੰਪੀਟੀਸ਼ਨ ਦੇ ਤਹਿਤ ਹੋਈਆਂ ਜਾਂ ਕੋਈ ਬੈਕਡੋਰ ਐਂਟਰੀਜ਼ ਨੇ? ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ। ਇਹ ਜਿੰਨੀਆਂ ਵੀ ਭਰਤੀਆਂ ਨੇ ਉਹਦੇ ਵਿੱਚ ਮੈਂ ਸਾਰੇ ਨਹੀਂ ਕਹਿੰਦਾ, 80 ਜਾਂ 90% ਭਰਤੀ ਇਹੋ ਜਿਹੀਆਂ ਨੇ ਕਿ ਜਿਨ੍ਹਾਂ ਲਈ ਇੱਕ ਸਪੈਸ਼ਲ ਪੋਸਟ ਤਿਆਰ ਹੁੰਦੀ ਸੀ। ਸਪੈਸ਼ਲ ਪੋਸਟ ਦਾ ਮਤਲਬ ਕਿ ਮੈਂ ਕੀ ਕੀਤਾ ਹੈ, ਮੈਂ ਐਲੀਜੀਬਲ ਕਿੱਥੇ ਹੋਵਾਂਗਾ, ਸਿਰਫ ਉਹੀ ਬੰਦੇ ਦੀ ਸਿਲੈਕਸ਼ਨ ਹੁੰਦੀ ਸੀਗੀ। ਉਹਦੇ ਵਿੱਚ ਇਹ ਨਹੀਂ ਸੀ ਦੇਖਿਆ ਜਾਂਦਾ, ਇੱਕ ਇੰਟਰਵਿਊ ਦਾ ਕ੍ਰਾਈਟੇਰੀਆ ਹੁੰਦਾ ਹੈ ਕਿ ਜੇਕਰ ਤੁਸੀਂ ਇੱਕ ਫਾਰਮ ਜਾਂ ਇੱਕ ਪੋਸਟ ਕੱਢੀ, ਉਹਦੇ ਲਈ 5-6 ਬੰਦੇ ਘੱਟੋ ਘੱਟ ਹੋਣੇ ਚਾਹੀਦੇ ਨੇ ਜੇ ਤੁਸੀਂ ਇੰਟਰਵਿਊ ਲੈਣੀ ਹੈ। ਤਾਂ ਮੈਂ ਦੇਖਿਆ ਉਸ ਸਮੇਂ ਡਾਕਟਰ ਜਸਪਾਲ ਸਿੰਘ ਦੀ ਟੀਮ ਦੇ ਵਿੱਚ ਕਿ ਇੱਕ ਹੀ ਬੰਦਾ ਇੰਟਰਵਿਊ ਦੇ ਰਿਹਾ, ਦੂਜਾ ਬੰਦਾ ਐਲੀਜੀਬਲ ਹੀ ਨਹੀਂ ਸੀ ਉੱਥੇ, ਕਿਉਂਕਿ ਐਡ ਹੀ ਇਸ ਢੰਗ ਨਾਲ ਕੀਤੀ ਜਾਂਦੀ ਸੀ ਕਿ ਦੂਜਾ ਬੰਦਾ ਉਹਨੂੰ ਫੁੱਲਫਿਲ ਹੀ ਨਾ ਕਰ ਸਕੇ, ਕੱਲ੍ਹ ਨੂੰ ਕੋਰਟ ਚੈਲੰਜ ਹੀ ਨਾ ਕਰ ਸਕੇ। ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ। ਇਹਦੇ ਵਿੱਚ ਮੈਂ ਇੱਕ ਇਨਕੁਆਇਰੀ ਪਾਈ ਸੀਗੀ ਕਿ ਯੂਨੀਵਰਸਿਟੀ ਨੇ UGC ਤੇ ਪੰਜਾਬ ਗੌਰਮੈਂਟ ਦੇ ਜੋ ਰੂਲ ਬਣਾਏ ਨੇ ਪ੍ਰੋਫੈਸਰਾਂ ਦੀ ਭਰਤੀ ਦੇ, ਉਹਨਾਂ ਨੂੰ ਬਿਲਕੁਲ ਹੀ ਅੱਖੋਂ ਓਹਲੇ ਕਰ ਦਿੱਤਾ, ਛਿੱਕੇ ਟੰਗ ਦਿੱਤਾ। 62 ਪ੍ਰੋਫੈਸਰ ਨੇ, ਜਿਨ੍ਹਾਂ ਵਿੱਚ ਯੂਨੀਵਰਸਿਟੀ ਨੇ 2012 ਦੇ ਵਿੱਚ ਇੱਕ ਲੈਟਰ ਤਿਆਰ ਕੀਤਾ ਕਿ ਜਿਨ੍ਹਾਂ ਨੇ PhD ਕੀਤੀ ਹੈ, ਜਿਨ੍ਹਾਂ ਕੋਲ ਨੈਟ ਨਹੀਂ ਹੈ, ਉਹ ਐਲੀਜੀਬਲ ਹੈ। ਦੂਜੇ ਪਾਸੇ ਕੀ ਕਰ ਦਿੱਤਾ ਕਿ ਜਿਨ੍ਹਾਂ ਨੇ M.Tech ਕੀਤੀ ਹੈ ਉਹਨਾਂ ਨੂੰ ਗੇਟ ਜਾਂ ਹੋਰ ਵੀ ਜੋ ਟੈਕਨੀਕਲ ਪੇਪਰ ਦੇਣ ਦੀ ਕੋਈ ਲੋੜ ਨਹੀਂ, ਆਓ ਤੁਸੀਂ ਫਾਰਮ ਭਰੋ, ਤੁਸੀਂ ਆਪਣੀ ਪ੍ਰੋਫੈਸਰੀ ਦੀ ਸਿਲੈਕਸ਼ਨ ਕਰਵਾਓ। ਹੁਣ ਇਹਦੇ ਵਿੱਚ ਕੀ ਜਿਹੜੇ 62 ਜਿਹੜੇ ਪ੍ਰੋਫੈਸਰ ਨੇ ਉਹਨਾਂ ਦੇ ਵਿੱਚ ਕੀ ਹੈ ਕਿ PhD ਤਾਂ ਹੈਗੇ ਨੇ ਉਹ, ਪਰ ਯੂਨੀਵਰਸਿਟੀ ਦਾ ਜਿਹੜਾ ਰੂਲ ਹੈ ਮਿਨੀਮਮ ਸਟੈਂਡਰਡ ਕੋਰਸ ਵਰਕ, ਜਿਨ੍ਹਾਂ PhD ਵਿਦ ਕੋਰਸ ਵਰਕ ਕੀਤੀ ਹੈ 2009 ਤੋਂ ਪਹਿਲਾਂ ਜਾਂ ਬਾਅਦ, ਉਹੀ ਐਲੀਜੀਬਲ ਹੈ। ਹੁਣ ਦੇਖੋ ਸਰ, ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਯੂਨੀਵਰਸਿਟੀ ਨੇ 2010 ਦੇ ਵਿੱਚ ਜਦੋਂ ਇਹ ਰੂਲ ਬਣਿਆ ਸੀਗਾ, ਉੱਥੇ ਰਿਟ ਪਈ ਸੀ ਸੁਪਰੀਮ ਕੋਰਟ ਦੇ ਵਿੱਚ, ਉਸ ਤੋਂ ਬਾਅਦ ਪੰਜਾਬ ਗੌਰਮੈਂਟ ਨੇ ਇਹ ਰੂਲ ਬਦਲ ਦਿੱਤਾ ਸੀਗਾ। ਤਾਂ ਪੰਜਾਬ ਯੂਨੀਵਰਸਿਟੀ ਨੇ 3 ਕੈਂਡੀਡੇਟ ਉਦੋਂ ਕੱਢੇ ਸਨ ਕਿ ਤੁਸੀਂ ਇਹ ਜਿਹੜੇ ਰੂਲ ਨੇ ਤੁਸੀਂ ਉਹਨਾਂ 'ਤੇ ਐਲੀਜੀਬਲ ਨਹੀਂ ਹੋ। ਪਰ ਸਾਡੀ ਯੂਨੀਵਰਸਿਟੀ ਨੇ ਡਾਕਟਰ ਜਸਪਾਲ ਸਿੰਘ ਨੇ 2010 ਤੋਂ ਲੈ ਕੇ 12, 13, 14 ਤੱਕ ਇਹਨਾਂ ਦੀ ਭਰਤੀ ਕਰਦੇ ਰਹੇ ਨੇ। ਅੱਜ ਉਹ ਵਿਜੀਲੈਂਸ ਦੇ ਵਿੱਚ ਵੀ ਕੇਸ ਚੱਲ ਰਿਹਾ ਹੈ ਤੇ ਯੂਨੀਵਰਸਿਟੀ ਦੇ ਸਿੰਡੀਕੇਟ ਦੇ ਵਿੱਚ ਵੀ ਇਹਨਾਂ ਕੇਸਾਂ ਨੂੰ ਵਿਚਾਰਿਆ ਜਾ ਰਿਹਾ। ਵਿਜੀਲੈਂਸ ਦੇ ਵਿੱਚ ਕੀ ਕੁਝ ਸ਼ਿਕਾਇਤਾਂ ਕੀਤੀਆਂ ਹੋਈਆਂ ਤੁਸੀਂ? ਵਿਜੀਲੈਂਸ ਦੇ ਵਿੱਚ ਮੇਰੇ ਵੱਲੋਂ 2018 ਦੇ ਵਿੱਚ ਫਰਵਰੀ ਦੇ ਵਿੱਚ ਮੈਂ SSP ਵਿਜੀਲੈਂਸ ਨੂੰ ਐਪਲੀਕੇਸ਼ਨ ਦਿੱਤੀਆਂ ਸਨ, ਐਫੀਡੇਵਿਟ ਦਿੱਤੇ ਸੀਗੇ ਕਿ ਯੂਨੀਵਰਸਿਟੀ ਦੇ ਵਿੱਚ ਪਿਛਲੇ 10 ਸਾਲਾਂ ਦੇ ਵਿੱਚ ਇਹ ਕੁਝ ਹੋਇਆ ਹੈ। ਉਹਦੇ ਵਿੱਚ ਸੀਗੇ ਕਿ 62 ਨੋਟ ਐਲੀਜੀਬਲ ਪ੍ਰੋਫੈਸਰ, 7 ਇਹੋ ਜਿਹੇ ਪ੍ਰੋਫੈਸਰ ਸਨ ਜਿਹੜੇ ਫੇਕ SCBC ਸਰਟੀਫਿਕੇਟ ਲਾ ਕੇ ਲੱਗੇ ਸਨ। ਉਸ ਤੋਂ ਇਲਾਵਾ ਪੇਪਰ ਖਰੀਦ, ਕਾਗਜ਼ ਖਰੀਦ ਵਿੱਚ ਇੱਕ ਜੇ ਐਗਜ਼ਾਮੀਨੇਸ਼ਨ ਦੇ ਵਿੱਚ ਬਹੁਤ ਤਗੜਾ ਘੁਟਾਲਾ ਹੋਇਆ ਸੀਗਾ, ਜੋ ਕਿ ਲਗਾਤਾਰ 8-10 ਸਾਲ ਚੱਲਦਾ ਰਿਹਾ। ਇੱਕ ਪੈਰਲਲ ਟੀਮ, ਇੱਕ ਹੀ ਦੁਕਾਨ ਤੋਂ ਤੁਸੀਂ ਕਰੋੜਾਂ ਰੁਪਏ ਦਾ ਆਏ ਸਾਲ ਸਮਾਨ ਬਿਨਾਂ ਟੈਂਡਰ ਜਾਂ ਫੇਕ ਕੋਟੇਸ਼ਨ ਬਣਾ ਕੇ ਤੁਸੀਂ ਖਰੀਦਦੇ ਰਹੇ ਹੋ। ਇਸ ਤੋਂ ਇਲਾਵਾ ਕੌਂਸਟੀਟਿਊਟ ਕਾਲਜ, ਦੁਕਾਨ ਕਿੱਥੇ ਦੀ ਸੀ ਜੀ? ਉਹ ਸੰਗਰੂਰ ਦਾ ਸੀਗਾ ਕੋਈ
ਤੇ ਮੰਨਿਆ ਇਹ ਵੀ ਜਾਂਦਾ ਕਿ ਸੰਗਰੂਰ ਦੇ ਕਿਸੇ ਲੀਡਰ ਦਾ ਵੀ ਹੱਥ ਸੀ ਬੈਕਡੋਰ ਐਂਟਰੀਜ਼ ਦੇ ਵਿੱਚ। ਬਿਲਕੁਲ ਸੀ, ਬਿਲਕੁਲ ਜੀ। ਹੁਣ ਮੈਂ ਨਾਂ ਤਾਂ ਨਹੀਂ ਲੈਣਾ ਚਾਹੁੰਦਾ, ਇੱਕ ਇੱਥੇ ਕੰਟਰੋਲਰ ਆਏ ਸਨ, ਉਹ ਸਪੈਸ਼ਲ ਹੀ ਪੋਲੀਟੀਕਲੀ ਪੋਸਟ ਤੇ ਜਾਂ ਪੋਲੀਟੀਕਲੀ ਅਪਰੋਚ ਕਰਕੇ ਇੱਥੇ ਲੱਗੇ ਸਨ, ਪਹਿਲਾਂ ਕਿਸੇ ਕਾਲਜ 'ਚ ਪੜ੍ਹਾਉਂਦੇ ਸਨ। ਇਹੋ ਜਿਹੀਆਂ ਐਂਟਰੀਆਂ ਨੇ। ਹੁਣ ਜੇ ਆਪਾਂ ਯੂਨੀਵਰਸਿਟੀ ਦਾ ਨੁਕਸਾਨ ਦੀ ਗੱਲ ਕਰੀਏ, ਦੂਜੇ ਪਾਸੇ ਡਾਕਟਰ ਜਸਪਾਲ ਸਿੰਘ ਨੇ ਆਪਣਾ ਫਾਇਦਾ ਸੋਚਿਆ। ਜਦੋਂ ਇੱਕ ਪ੍ਰੋਫੈਸਰ 60 ਸਾਲ ਦੀ ਉਮਰ ਕਰ ਗਿਆ ਪੂਰੀ, ਤਾਂ ਉਹਨਾਂ ਨੇ ਇੱਕ ਪ੍ਰੋਫੈਸਰ ਨੇ ਜਿਹਨਾਂ ਰਲ ਕੇ ਇੱਕ ਚਾਲ ਖੇਡੀ ਕਿ ਇਹਨਾਂ ਨੂੰ ਐਕਸਟੈਂਸ਼ਨ ਦੇ ਦਿਓ 2 ਸਾਲ ਦੀ। ਮੇਰੇ ਖਿਆਲ 100 ਦੇ ਕਰੀਬ ਪ੍ਰੋਫੈਸਰ ਐਕਸਟੈਂਸ਼ਨ ਅੱਗੇ 2 ਸਾਲ ਹੋਰ ਲੈ ਗਿਆ। ਵਿੱਤੀ ਬੋਝ ਵੱਧਦਾ ਗਿਆ, ਤਨਖਾਹ ਵੀ ਲੈਂਦੇ ਰਹੇ, ਪੈਨਸ਼ਨਾਂ ਵੀ ਲੈਂਦੇ ਰਹੇ, ਫਿਰ 3 ਸਾਲ ਹੋਰ ਵਧਾ ਦਿੱਤੀ, 5 ਸਾਲ। ਉਹਨਾਂ ਦੀ ਟਰਮ ਹੁਣ ਖਤਮ ਹੋਈ ਹੈ ਪਿਛਲੇ ਮੇਰੇ ਖਿਆਲ ਦਸੰਬਰ 'ਚ ਜਾ ਕੇ। ਯਾਨੀ ਕਿ ਇਸ ਤਰ੍ਹਾਂ 100 ਦੇ ਕਰੀਬ ਪ੍ਰੋਫੈਸਰ, ਅੱਛਾ ਜਿਹੜਿਆਂ ਨੂੰ ਨਹੀਂ ਮਿਲੀ ਉਹ ਅੱਗੇ ਹਾਈ ਕੋਰਟ ਗਏ ਨੇ ਵੀ ਹੁਣ ਸਾਡੀ ਵਾਰੀ ਹੈ, ਸਾਡੀ ਵਾਰੀ ਯੂਨੀਵਰਸਿਟੀ ਰੂਲ ਬੰਦ ਕਰ ਦਿੱਤਾ ਵੀ ਸਾਨੂੰ ਵੀ ਐਕਸਟੈਂਸ਼ਨ ਦਿੱਤੀ ਜਾਵੇ। ਉਹਨਾਂ ਨੂੰ ਹਾਈ ਕੋਰਟ ਨੇ ਵਾਪਸ ਭੇਜ ਦਿੱਤਾ ਕਿ ਤੁਹਾਡੀ ਸਿੰਡੀਕੇਟ ਨੇ ਫੈਸਲਾ ਕਰ ਲਿਆ ਵੀ ਤੁਹਾਨੂੰ ਹੁਣ ਨਹੀਂ ਮਿਲੇਗੀ। ਸਿੰਡੀਕੇਟ ਦੇ ਵਿੱਚ ਵਿਜੀਲੈਂਸ ਦੇ ਜਿੰਨੇ ਮਾਮਲੇ ਨੇ, ਸਿੰਡੀਕੇਟ ਨੇ ਜਵਾਬ ਦੇਣਾ ਸੀ ਵਿਜੀਲੈਂਸ ਬਿਊਰੋ ਨੂੰ ਕਿ ਭਾਈ ਅਸੀਂ ਆਹ ਫੈਸਲੇ ਕਰ ਰਹੇ ਹਾਂ, ਕਿਉਂਕਿ ਵਿਜੀਲੈਂਸ ਨੇ ਜਦੋਂ ਮੰਗਿਆ ਆ ਇਹਨਾਂ ਤੋਂ ਸਪਸ਼ਟੀਕਰਨ ਮੰਗਿਆ ਆ ਯੂਨੀਵਰਸਿਟੀ ਤੋਂ, ਤਾਂ ਸਿੰਡੀਕੇਟ ਨੇ ਲਿਖ ਕੇ ਦੇ ਦਿੱਤਾ ਕਿ ਅਸੀਂ ਇਹਨੂੰ ਵਿਚਾਰਾਂਗੇ ਤੇ ਤੁਹਾਨੂੰ ਗੱਲਬਾਤ ਅਸੀਂ ਦੱਸਾਂਗੇ। ਜਿਹੜੀਆਂ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਨਾਟ ਐਲੀਜੀਬਲ ਕੈਂਡੀਡੇਟ ਜਿਹੜੇ ਸੀਗੇ ਉਹਨਾਂ ਦੀ ਭਰਤੀ ਦੀ ਜਦੋਂ ਗੱਲ ਹੁੰਦੀ ਹੈ, ਤਾਂ ਸਿੰਡੀਕੇਟ ਦੇ ਵਿੱਚ ਮੁੜ ਕੇ ਵਿਚਾਰਿਆ ਗਿਆ ਜਾਂ ਨਹੀਂ ਵਿਚਾਰਿਆ ਗਿਆ, ਜਾਂ ਵਿਜੀਲੈਂਸ ਦੀ ਇਨਕੁਆਇਰੀ ਇਸ ਵੇਲੇ ਕਿੱਥੇ ਤੱਕ ਪਹੁੰਚੀ ਹੈ? ਜਦੋਂ ਮੈਂ ਰਾਗ ਵਰਮਾ ਜੀ ਨੂੰ ਉਦੋਂ ਕਾਰਜਕਾਰੀ ਵਾਈਸ ਚਾਂਸਲਰ ਸਨ, ਯੂਨੀਵਰਸਿਟੀ ਆਏ ਸਨ 2017 ਦੇ ਵਿੱਚ ਜਦੋਂ ਸਰਕਾਰ ਬਣੀ ਹੈ, ਤਾਂ ਉਦੋਂ ਮੈਂ ਐਪਲੀਕੇਸ਼ਨਾਂ ਦਿੱਤੀਆਂ ਸਨ। ਇਹ ਚਲੋ ਉਹਨਾਂ ਨੇ ਕਮੇਟੀਆਂ ਬਣਾ ਦਿੱਤੀਆਂ, ਕਮੇਟੀਆਂ ਨੇ ਆਪਣਾ ਕੰਮ ਕੀਤਾ। ਉਸ ਤੋਂ ਬਾਅਦ ਹੋਰ ਵਾਈਸ ਚਾਂਸਲਰ ਆ ਗਏ, ਉਹਨਾਂ ਨੇ ਇੱਕ IAS ਇੱਕ PCS ਅਧਿਕਾਰੀ ਦੀ ਕਮੇਟੀ ਬਣਾ ਕੇ ਦੁਬਾਰਾ ਪੁਣਛਾਣ ਕੀਤੀ ਇਹਨਾਂ ਇਨਕੁਆਇਰੀਆਂ ਦੀ। ਉਹਨਾਂ ਨੇ ਵੀ ਲਿਖ ਦਿੱਤਾ ਕਿ ਜੋ ਕੰਪਲੇਂਟਾਂ ਨੇ ਸਹੀ ਨੇ, ਇਹਨਾਂ ਦੇ ਤੱਥਾਂ ਦੇ ਆਧਾਰ ਤੇ ਇਹ ਬੰਦੇ ਦੋਸ਼ੀ ਨੇ, ਇਹਨਾਂ ਬੰਦੇ ਦੀ ਗਲਤ ਭਰਤੀ ਹੋਈ ਹੈ, ਇਹ ਬੰਦੇ ਮਤਲਬ ਕਿ ਐਲੀਜੀਬਲ ਨਹੀਂ ਹਨ, ਤਾਂ ਇਹਨਾਂ ਨੂੰ ਤੁਰੰਤ ਜਾਣੀ ਕਿ ਹਟਾ ਦੇਣਾ ਚਾਹੀਦਾ ਹੈ। ਉਸ ਤੋਂ ਬਾਅਦ ਇਹ ਸਾਰਾ ਮੈਟਰ ਦੇਖੋ, ਵਿਜੀਲੈਂਸ ਨੇ ਮੇਰੇ ਖਿਆਲ 'ਚ 10 ਲੈਟਰ ਪਾਏ ਉਹਨਾਂ ਨੇ ਯੂਨੀਵਰਸਿਟੀ ਨੂੰ, ਜੋ ਹਾਈ ਕੋਰਟ ਦੇ ਵਿੱਚ ਪਿੱਛੇ ਵਿਜੀਲੈਂਸ ਨੇ ਆਪਣੀ ਰਿਪੋਰਟ ਪੇਸ਼ ਕੀਤੀ ਹੈ। ਮੈਂ ਇੱਕ ਕੇਸ SCBCL ਹਾਈ ਕੋਰਟ 'ਚ ਵੀ ਲਾਇਆ ਕਿ ਯੂਨੀਵਰਸਿਟੀ ਵੀ ਕੁਛ ਨਹੀਂ ਕਰ ਰਹੀ, ਤਾਂ ਦੂਜੇ ਪਾਸੇ ਵਿਜੀਲੈਂਸ ਵੀ ਕੁਛ ਨਹੀਂ ਕਰ ਰਿਹਾ। ਤਾਂ ਉਹਨਾਂ ਨੇ ਇੱਕ ਰਿਪੋਰਟ ਸਬਮਿਟ ਕੀਤੀ, ਉਹਨਾਂ ਵਿੱਚ ਆਖਿਆ ਕਿ ਅਸੀਂ 10 ਵਾਰੀ ਯੂਨੀਵਰਸਿਟੀ ਤੋਂ ਰਿਕਾਰਡ ਮੰਗਿਆ ਹੈ ਕਿ ਅਸੀਂ ਇਨਕੁਆਇਰੀ ਕਰਨੀ ਹੈ, ਸਾਨੂੰ ਰਿਕਾਰਡ ਦਿਓ। ਤਾਂ ਆਈ ਵਾਰੀ ਯੂਨੀਵਰਸਿਟੀ ਦੇ ਅਧਿਕਾਰੀ ਇਹ ਟਾਲਦੇ ਰਹੇ ਨੇ ਕਿ ਯੂਨੀਵਰਸਿਟੀ ਦੀ ਸਿੰਡੀਕੇਟ ਕਰ ਰਹੀ ਹੈ, ਯੂਨੀਵਰਸਿਟੀ ਦੇ ਆਹ 2 ਨੁਮਾਇੰਦੇ ਲਾ ਦਿੱਤੇ ਨੇ, ਇਹ ਕਰਨਗੇ, ਆਹ 4 ਨੁਮਾਇੰਦੇ ਲਾ ਦਿੱਤੇ ਨੇ, ਇਹ ਕਰਨਗੇ। ਯਾਨੀ ਕਿ 3 ਸਾਲ ਹੋ ਚੁੱਕੇ ਨੇ, ਹਜੇ ਯੂਨੀਵਰਸਿਟੀ ਕੋਲ ਇਹ ਫੈਸਲਾ ਨਹੀਂ ਹੋਇਆ ਕਿ ਅਸੀਂ ਕਰਨਾ ਕੀ ਹੈ। ਹੁਣ ਕੱਲ੍ਹ ਵੀ ਸਿੰਡੀਕੇਟ ਸੀਗੀ, ਹੁਣ ਕੱਲ੍ਹ ਸਿੰਡੀਕੇਟ ਦੇ ਵਿੱਚ ਦੇਖੋ, ਇੱਕ ਤਾਂ ਸੁਪਰੀਮ ਕੋਰਟ ਦਾ ਆਰਡਰ, ਮੈਂ ਤੁਹਾਨੂੰ ਇੱਕ ਹੋਰ ਦੱਸ ਦਿੰਦਾ ਐਗਜ਼ਾਮਪਲ ਇਹਦੇ ਵਿੱਚ। ਕੋਈ ਪੁਰਾਣਾ ਰਜਿਸਟਰ ਸੀਗਾ, ਜਦੋਂ ਉਹ ਰਜਿਸਟਰ ਬਣਿਆ, ਦੇਖੋ ਯੂਨੀਵਰਸਿਟੀ ਦਾ ਫਾਲ ਡਾਊਨ ਕਿਵੇਂ ਹੋਇਆ ਜੀ। ਜਦੋਂ ਮੈਂ ਕਹਾਂ ਕਿ ਹਾਂ ਮੈਂ ਲੱਗ ਗਿਆ, ਉਸ ਤੋਂ ਬਾਅਦ ਮੇਰਾ ਮੁੰਡਾ ਵੀ ਲੱਗ ਜੇ, ਉਹਦੀ ਘਰ ਵਾਲੀ ਵੀ ਲੱਗ ਜੇ, ਉਹਦੀ ਸਾਲੀ ਵੀ ਲੱਗ ਜੇ, ਸਾਰਾ ਵੀ ਲੱਗ ਜੇ, ਜੋ ਵੀ ਹੈ। ਜਦੋਂ ਰਜਿਸਟਰ ਬਣੇ, ਉਹਨਾਂ ਨੇ ਆਪਣੇ ਮੁੰਡੇ ਦੀ ਕਿਤੋਂ ਡਿਗਰੀ ਖਰੀਦੀ, ਇੱਥੇ ਲਾ ਲਿਆ। ਸੁਪਰੀਮ ਕੋਰਟ 'ਚ ਕਿਸੇ ਨੇ ਰਿਟ ਪਾ ਦਿੱਤੀ, ਉਹ ਚੈਲੰਜ ਹੋ ਗਈ ਡਿਗਰੀ। ਉਹ ਇਕੱਲਾ ਨਹੀਂ ਸੀਗਾ, ਆਲ ਇੰਡੀਆ ਦੇ ਵਿੱਚ ਕਈ ਹੋਰ ਇਹੋ ਜਿਹੇ ਸਰ ਜਿਹਨਾਂ ਨੇ ਪ੍ਰਮੋਸ਼ਨਾਂ ਵੀ ਲਈਆਂ ਸਨ ਜਾਂ ਜਿਹੜੇ ਉਸ ਬੇਸ 'ਤੇ ਨੌਕਰੀ ਲੱਗੇ ਸਨ। ਤਾਂ ਸੁਪਰੀਮ ਕੋਰਟ ਨੇ ਆਖਿਆ ਕਿ ਤੁਹਾਨੂੰ 2 ਚਾਂਸ ਦੇ ਦਿੰਦੇ ਹਾਂ ਅਸੀਂ ਗੇਟ ਦੇ, ਵੀ ਜੇ ਤੁਸੀਂ ਕਲੀਅਰ ਕਰੋ ਤਾਂ ਠੀਕ ਹੈ, ਤੁਸੀਂ ਆਪਣੀ ਨੌਕਰੀ 'ਤੇ ਬਣੇ ਰਹੋਗੇ ਜੀ। ਉਹਨਾਂ ਨੇ ਪੇਪਰ ਹੀ ਨਹੀਂ ਦਿੱਤਾ। ਦੂਜੇ ਪਾਸੇ ਹਾਈ ਕੋਰਟ 'ਚ ਸੁਪਰੀਮ ਕੋਰਟ ਦੇ ਆਰਡਰ ਨੂੰ ਚੈਲੰਜ ਕਰ ਦਿੱਤਾ ਵੀ ਸਾਨੂੰ ਇਹਦੇ 'ਤੇ ਸਟੇ ਚਾਹੀਦਾ, ਇਹ ਸਾਡੇ ਲਈ ਲਾਇਕ ਨਹੀਂ ਹੈ। ਹਾਈ ਕੋਰਟ ਦੇ ਵਿੱਚ ਸੁਪਰੀਮ ਕੋਰਟ ਦਾ ਆਰਡਰ ਚੈਲੰਜ ਕਰਤਾ। ਉਹ ਪਹਿਲੇ ਹੀ ਰਿਟ ਪਾਈ, ਉਹਦੀ ਉਹਨਾਂ ਨੇ ਡਿਸਮਿਸ ਕਰ ਦਿੱਤਾ। ਤੁਸੀਂ ਇਹ ਦੇਖੋ ਕਿ ਉਸ ਗੱਲ ਨੂੰ 2 ਸਾਲ ਹੋ ਚੁੱਕੇ ਨੇ, ਬੰਦਾ ਨੌਕਰੀ ਵੀ ਕਰ ਰਿਹਾ, ਤਨਖਾਹ ਵੀ ਲੈ ਰਿਹਾ, ਇਨਕੁਆਇਰੀ ਵੀ ਚੱਲ ਰਹੀ ਹੈ, ਸਿੰਡੀਕੇਟ ਵੀ ਹੋ ਰਹੀ ਹੈ, ਪਰ ਫੈਸਲਾ ਫਿਰ ਨਹੀਂ ਹੋ ਰਿਹਾ ਜੀ। ਤੁਹਾਡੀ ਯੂਨੀਵਰਸਿਟੀ ਦੇ ਵਿੱਚ ਸੰਧੂ ਸਾਹਿਬ ਇਹ ਵੀ ਹੋ ਰਿਹਾ ਆ ਕਿ ਕੁਝ ਬੰਦੇ ਜਿਹੜੇ ਉੱਥੇ ਰੈਗੂਲਰ ਪੜ੍ਹਾਈ ਕਰਦੇ ਨੇ, MPhil ਦੀ, MA ਦੀ, ਉਹ ਨਾਲ ਉਹ ਨੌਕਰੀ ਵੀ ਕਰ ਰਹੇ ਨੇ, ਰੈਗੂਲਰ ਨੌਕਰੀ ਕਰ ਰਹੇ ਨੇ, ਉਹ ਰੈਗੂਲਰ ਕੋਰਸ ਕਰਦੇ ਨੇ। ਇੱਦਾਂ ਦੀਆਂ ਵੀ ਐਗਜ਼ਾਮਪਲਸ ਉੱਥੇ ਯੂਨੀਵਰਸਿਟੀ ਦੇ ਵਿੱਚ ਦੇਖੀਆਂ ਗਈਆਂ ਨੇ, ਜਿਹੜੀਆਂ ਬੜੀਆਂ ਭਿਆਨਕ ਨੇ ਕਿ ਅਟੈਂਡੈਂਸ ਉੱਧਰ ਵੀ ਹੈ ਤੇ ਉੱਧਰ ਵੀ ਹੈ। ਤੁਹਾਨੂੰ ਇੱਕ ਮੈਂ ਮਸਲਾ ਹੋਰ ਦੱਸ ਦਿੰਦਾ ਜੀ। ਫਿਜ਼ੀਕਲ ਡਿਪਾਰਟਮੈਂਟ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਸ਼ਖਸ ਦਾ, ਮੁਖੀ ਵੀ ਨੇ, 2 ਬੱਚੇ ਉਹਨਾਂ ਕੋਲ PhD ਕਰਦੇ ਸਨ।
ਸਕਾਲਰਸ਼ਿਪ ਲੱਗੀ ਸੀ UGC ਦੀ, ਉਹਨਾਂ ਨੂੰ 30-30,000 35-35,000 ਰੁਪਇਆ ਉਹਨਾਂ ਨੂੰ ਹੁੰਦਾ ਸੀਗਾ। ਇਨ ਟਾਈਮ ਉਹਨਾਂ ਨੂੰ ਸਰਕਾਰੀ ਜੋਬ ਮਿਲ ਗਈ। ਤੁਸੀਂ ਤਰਾਸਦੀ ਦੇਖੋ ਸਾਡੇ ਪ੍ਰੋਫੈਸਰਾਂ ਦੀ, ਉਹ ਉਧਰ ਹਾਜ਼ਰੀ ਵੀ ਲਾਉਂਦੇ ਰਹੇ, ਸਰਕਾਰ ਗੌਰਮੈਂਟ ਸਰਕਾਰ ਪੰਜਾਬ ਸਰਕਾਰ ਤੋਂ ਵੀ ਪੈਸੇ ਲੈਂਦੇ ਰਹੇ, ਤੇ ਇੱਧਰੋਂ ਜਾਲੀ ਹਾਜ਼ਰੀਆਂ ਲਵਾ ਕੇ ਹੈੱਡ ਨਾਲ ਰਲ ਕੇ ਉਹ ਇੱਥੋਂ ਵੀ ਸਕਾਲਰਸ਼ਿਪ ਕਢਾਉਂਦੇ ਰਹੇ ਪੂਰਾ ਸਾਲ ਜੀ। ਪੂਰਾ ਸਾਲ ਉਹਨਾਂ ਨੂੰ ਸਕਾਲਰਸ਼ਿਪ ਖਾਦੀ। ਜਦੋਂ ਇਹ ਮਸਲਾ ਮੈਂ ਉਠਾਇਆ ਉਸ ਤੋਂ ਬਾਅਦ ਉਸ ਤੋਂ ਬਾਅਦ ਕੀ ਕਹਿੰਦੇ ਜੀ, ਅਸੀਂ ਸਕਾਲਰਸ਼ਿਪ ਵਾਪਸ ਕਰ ਦਿੱਤੀ। ਯਾਨੀ ਕਿ ਇੱਕ ਚੋਰ ਨੇ ਚੋਰੀ ਕੀਤੀ, ਉਸ ਤੋਂ ਬਾਅਦ ਕਹਿੰਦੇ ਵੀ ਅਸੀਂ ਸਮਾਨ ਵਾਪਸ ਕਰ ਦਿੱਤਾ, ਸਾਡੀ ਚੋਰੀ ਖਤਮ। ਸਪਸ਼ਟੀਕਰਨ ਜਿਹੜਾ 420 ਦਾ ਮੁਕੱਦਮਾ ਹੋਣਾ ਚਾਹੀਦਾ ਹੋਇਆ ਨਹੀਂ ਹੈ, ਉਹ ਹੋਇਆ ਨਹੀਂ। ਕਿਸੇ ਦੀਆਂ ਧਾਰਾਵਾਂ ਨੂੰ ਅਸੀਂ ਛਿੱਕੇ ਟੰਗਤਾ। ਸੰਧੂ ਸਾਹਿਬ, ਇਹ ਲੱਗਦਾ ਹੈ ਕਿ ਜਿੰਨੀਆਂ ਇਨਕੁਆਇਰੀਆਂ ਹੋ ਰਹੀਆਂ, ਚਾਹੇ ਤੁਸੀਂ ਕੰਪਲੇਂਟਸ ਕੀਤੀਆਂ ਨੇ, ਚਾਹੇ ਤੁਹਾਡੇ ਨਾਲ ਦਿਆਂ ਨੇ ਜਾਂ ਕਿਸੇ ਹੋਰ ਨੇ ਕੰਪਲੇਂਟਸ ਕੀਤੀਆਂ ਨੇ, ਹੁਣ ਰੋਜ਼ ਧਰਨੇ ਮੁਜ਼ਾਹਰੇ ਲੱਗ ਰਹੇ ਨੇ, ਪੈਸੇ ਮੰਗੇ ਜਾਂਦੇ ਨੇ ਯੂਨੀਵਰਸਿਟੀਆਂ ਤੋਂ, ਯੂਨੀਵਰਸਿਟੀ ਘਾਟੇ 'ਚ ਹੈ। ਕਾਰਨ ਉਹੀ ਪ੍ਰੋਫੈਸਰ, ਉਹੀ ਅਫਸਰ, ਉਹੀ ਗਾਂ ਦੀ ਗਾਂ ਉਹ ਡੀਨ ਬਣ ਜਾਂਦੇ ਨੇ, ਰਿਟਾਇਰ ਹੋ ਜਾਂਦੇ ਨੇ। ਕਰਪਟ ਪੋਲੀਟਿਕਸ, ਕਰਪਟ ਤੁਹਾਡੇ ਪ੍ਰੋਫੈਸਰ ਸਾਹਿਬਾਨ, ਜਿਹੜੇ ਇਨਕੁਆਇਰੀ ਨਹੀਂ ਅੱਛੀ ਕਰਨੀ ਚਾਹ ਰਹੇ, ਜਿਹੜੇ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਇਨਸਾਫ ਨਹੀਂ ਕਰਨਾ ਚਾਹ ਰਹੇ। ਉਹਦੇ ਨਾਲ ਤੀਜਾ ਰਲ ਗਿਆ ਕਰਪਟ ਅਫਸਰ, ਜਿਹੜੇ ਵਿਜੀਲੈਂਸ ਦੀ ਜਿੱਦਾਂ ਇਨਕੁਆਇਰੀ ਨੂੰ 3 ਸਾਲ ਹੋ ਗਏ ਨੇ, ਤਾਂ ਅਸੀਂ ਜਿਹੜੇ ਅਫਸਰ ਇਸ ਇਨਕੁਆਇਰੀ ਨੂੰ ਅੱਗੇ ਨਹੀਂ ਲਿਆਉਣਾ ਚਾਹੁੰਦੇ ਉਹਨਾਂ ਨੂੰ ਵੀ ਅਸੀਂ ਕਰਪਟ ਹੀ ਕਹਾਂਗੇ ਸ਼ਾਇਦ। ਬਿਲਕੁਲ। ਤੇ ਜੇ ਇਹ ਤਿੰਨੇ ਰਲ ਗਏ ਜੀ, ਤੁਹਾਨੂੰ ਲੱਗਦਾ ਹੈ ਕਿ ਇਨਸਾਫ ਮਿਲੂਗਾ ਜਾਂ ਮਿਲ ਸਕਦਾ ਹੈ ਤੁਹਾਨੂੰ ਲੋਕਾਂ ਨੂੰ, ਜਾਂ ਇਦਾਂ ਹੀ ਧਰਨੇ ਮੁਜ਼ਾਹਰੇ ਲੱਗਣਗੇ ਤੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਬਾਹਰ ਵੀ ਕੋਈ ਅਡਾਨੀ ਅੰਬਾਨੀ ਇਹੋ ਜਿਹਾ ਕੋਈ ਬੋਰਡ ਲੱਗ ਜੂਗਾ ਜੀ, ਪ੍ਰਾਈਵੇਟਾਈਜ਼ ਹੋ ਗਈ ਜੀ? ਦੇਖੋ ਜੀ, ਜੇ ਸਾਰਾ ਸਿਸਟਮ ਸਹੀ ਹੁੰਦਾ ਸ਼ਾਇਦ ਪੰਜਾਬ ਦਾ ਬੇੜਾ ਨਾ ਬਹਿੰਦਾ। ਮੈਂ ਪੰਜਾਬ ਦੀ ਉਦਾਹਰਨ ਤਾਂ ਲੈ ਰਿਹਾ ਕਿਉਂਕਿ ਅਸੀਂ ਛੋਟੀ ਜਿਹੀ ਉਦਾਹਰਨ ਯੂਨੀਵਰਸਿਟੀ ਦੀ ਵੇਖ ਲਈ। ਜੇਕਰ ਯੂਨੀਵਰਸਿਟੀ ਇੱਕ 300 ਕਿੱਲੇ ਦਾ ਅਦਾਰਾ ਹੈ, ਸਿਰਫ 300 ਕਿੱਲੇ ਦੇ ਵਿੱਚ ਫੈਲੀ ਹੈ, ਯਾਨੀ ਕਿ ਇੱਕ ਆਪਾਂ ਕਹਿ ਸਕਦੇ ਕਿ ਮਿੰਨੀ ਪੰਜਾਬ, ਕਿਉਂਕਿ ਇੱਥੇ ਸਿੰਡੀਕੇਟ ਇੱਕ ਵਾਈਸ ਚਾਂਸਲਰ ਹੈ, ਵਾਈਸ ਚਾਂਸਲਰ ਆਪਣਾ ਖੁਦ ਫੈਸਲਾ ਲੈ ਸਕਦਾ ਹੈ, ਸਵੇਰੇ ਚਾਹੇ ਬੰਦਾ ਰੱਖ ਸਕਦਾ, ਸਵੇਰੇ ਚਾਹੇ ਬੰਦਾ ਕੱਢ ਸਕਦਾ। ਇੰਨੀ ਪਾਵਰ ਇੱਕ ਵਾਈਸ ਚਾਂਸਲਰ, ਮੇਰੇ ਖਿਆਲ 'ਚ ਇੰਨੀ ਪਾਵਰ ਇੱਕ ਮੁੱਖ ਮੰਤਰੀ ਕੋਲ ਵੀ ਨਹੀਂ ਹੈਗੀ ਜੀ। ਹੁਣ ਫਾਲ ਡਾਊਨ ਦੀਆਂ ਗੱਲਾਂ ਜੇ ਆਪਾਂ ਕਰੀਏ ਕਿ ਇਹ ਅੱਜ ਦਾ ਟਾਈਮ, ਅੱਜ ਇਹ ਨਹੀਂ ਕਹਿ ਸਕਦੇ ਕਿ 2 ਸਾਲ ਜਾਂ 4 ਸਾਲ ਜਾਂ 5 ਸਾਲ, ਇਹ ਪਿਛਲੇ 10-12 ਸਾਲਾਂ ਤੋਂ ਕੰਮ ਚੱਲ ਰਿਹਾ। ਜਦੋਂ ਤੁਸੀਂ ਯੂਨੀਵਰਸਿਟੀ ਨੂੰ ਇੱਕ ਪੋਲੀਟੀਕਲੀ ਮੋਟਿਵਲੀ ਵਰਤੋਗੇ, ਸਿਰਫ ਵੋਟਾਂ ਲੈਣ ਲਈ ਤੁਸੀਂ ਵਰਤੋਗੇ, ਤਾਂ ਇਹ ਸਾਰੇ ਇੰਸਟੀਚਿਊਟ ਇਹੋ ਜਿਹਾ ਹੀ ਹਾਲ ਹੋਏਗਾ। ਹੁਣ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਦਾ, ਡਾਕਟਰ ਜਸਪਾਲ ਸਿੰਘ ਨੇ ਜਿੰਨੀ ਵੀ ਭਰਤੀ ਕੀਤੀ ਹੈ, ਪੂਰੇ 10 ਸਾਲਾਂ ਦੇ ਵਿੱਚ ਕਿਸੇ ਵੀ ਕੈਂਡੀਡੇਟ ਦਾ ਕੋਈ ਵੀ ਸਰਟੀਫਿਕੇਟ ਚੈੱਕ ਨਹੀਂ ਹੋਇਆ, ਯਾਨੀ ਕਿ ਵੈਰੀਫਿਕੇਸ਼ਨ ਨਹੀਂ ਹੋਈ ਹੈਗੀ ਜੀ। ਮੰਨ ਲਓ ਕਿ ਮੈਂ ਕਿਤੋਂ ਜਾਲੀ ਡਿਗਰੀ ਲਿਆ ਕੇ ਇੱਥੇ ਡਾਕੂਮੈਂਟ ਸਬਮਿਟ ਕਰਾਏ, ਮੈਂ ਨੌਕਰੀ ਲੱਗ ਗਿਆ, ਪਰ ਕਿਸੇ ਨੇ ਇਹ ਨਹੀਂ ਵੇਖਿਆ ਕਿ ਇਹ ਡਾਕੂਮੈਂਟ ਸਹੀ ਨੇ ਜਾਂ ਗਲਤ ਨੇ, ਕੋਈ ਵੈਰੀਫਿਕੇਸ਼ਨ ਨਹੀਂ ਕਿਸੇ ਦੀ। ਮੈਂ ਵਿਜੀਲੈਂਸ ਨੂੰ ਵੀ ਆਖਿਆ ਜੀ, ਮੈਂ ਪਿਛਲੇ 10 ਸਾਲਾਂ ਘੱਟੋ ਘੱਟ ਜਿਹੜੇ ਬੰਦੇ ਰੱਖੇ ਨੇ ਜਿਨ੍ਹਾਂ ਨੇ ਪ੍ਰਮੋਸ਼ਨ ਲਈਆਂ ਨੇ, ਉਹਨਾਂ ਦੇ ਸਰਟੀਫਿਕੇਟ ਤਾਂ ਚੈੱਕ ਕਰਵਾਓ। ਨਹੀਂ, ਸਭ ਚੁੱਪ ਹੈ। ਹੁਣ ਤਾਂ ਸਰਕਾਰ ਬਦਲ ਚੁੱਕੀ ਹੈ ਜੀ, ਹੁਣ ਵੀ ਵਿਜੀਲੈਂਸ ਐਕਟਿਵ ਨਹੀਂ ਹੋ ਰਹੀ। ਦੇਖੋ, ਇਹ ਕ੍ਰਿਕਟ ਗੇਮ ਹੀ ਹੈ ਜੀ, ਜਾਂ ਫਰੈਂਡਲੀ ਮੈਚ ਕਹਿ ਲਓ। ਸਰਕਾਰਾਂ ਤੇ ਆਖਰ ਬੰਦੇ ਤਾਂ ਇਹਨਾਂ ਦੇ ਨੇ ਜੀ, ਭਾਵੇਂ ਹੁਣ 3 ਸਾਲ 4 ਸਾਲ ਹੋ ਗਏ ਨੇ ਕਾਂਗਰਸ ਸਰਕਾਰ ਨੂੰ, ਇੱਕ ਬੰਦਾ ਨਹੀਂ ਰੱਖ ਸਕੀ। ਵਜ੍ਹਾ ਇਹੀ ਹੈ ਨਾ ਕਿ ਇੱਥੇ ਓਵਰ ਲੋਡਿੰਗ ਹੋ ਚੁੱਕੀ ਹੈ, ਇੱਥੇ ਇੰਨੀਆਂ ਭਰਤੀਆਂ ਹੋ ਚੁੱਕੀਆਂ ਨੇ ਕਿ ਅਸੀਂ ਬੰਦਾ ਰੱਖੀਏ ਕਿੱਥੇ। ਪਰ ਦੂਜੇ ਪਾਸੇ ਮੈਂ ਕਹਿੰਦਾ ਕਿ ਇੱਥੇ ਇੰਨੇ ਬੰਦੇ ਤੁਸੀਂ ਕੱਢ ਸਕਦੇ ਹੋ, ਇੱਕ ਯੂਨੀਵਰਸਿਟੀ ਦਾ ਭਵਿੱਖ ਬਣ ਸਕਦਾ। ਤੁਸੀਂ ਨੋਟ ਐਲੀਜੀਬਲ ਬੰਦੇ, ਇੱਕ ਨੋਟ ਐਲੀਜੀਬਲ ਬੰਦੇ ਬੱਚਿਆਂ ਨੂੰ ਪੜ੍ਹਾ ਰਹੇ ਨੇ ਜੀ, ਕੀ ਇਹ ਠੀਕ ਹੈ? ਸੰਧੂ ਸਾਹਿਬ, ਤੁਹਾਡੇ ਯੂਨੀਵਰਸਿਟੀ ਦੇ ਵਿੱਚ ਬੜਾ ਵੱਡਾ ਡਿਪਾਰਟਮੈਂਟ ਹੈ ਕੰਪਿਊਟਰ ਸਾਇੰਸ ਦਾ, ਬੜੇ ਪ੍ਰੋਗਰਾਮਰ ਨੇ, ਬਹੁਤ ਕੁਛ ਹੈ, ਪਰ ਸੌਫਟਵੇਅਰ ਜਿੱਥੇ ਪ੍ਰਾਈਵੇਟ ਯੂਨੀਵਰਸਿਟੀਆਂ ਨੇ, ਅਸੀਂ ਅਕਸਰ ਖਬਰਾਂ 'ਚ ਪੜ੍ਹੀਦਾ ਹੈ ਜੀ ਫਲਾਣੀ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਫਲਾਣਾ ਸੌਫਟਵੇਅਰ ਬਣਾਇਆ, ਤੇ ਸਾਨੂੰ ਬਾਹਰੋਂ ਖਰੀਦਣਾ ਪੈਂਦਾ ਆ ਐਗਜ਼ਾਮੀਨੇਸ਼ਨ ਲਈ ਸੌਫਟਵੇਅਰ। ਇਹਦੇ ਕੀ ਕਾਰਨ ਨੇ? ਉੱਥੇ ਕੰਮ ਨਹੀਂ ਹੁੰਦਾ, ਜਾਂ ਉਹ ਭਰਤੀਆਂ ਜਿਹੜੇ ਬੰਦੇ ਕੀਤੇ ਹੋਏ ਆ ਉਹ ਕੰਮ ਕਰਨਾ ਨਹੀਂ ਚਾਹੁੰਦੇ? ਇਹਦਾ ਕੀ ਰੀਜ਼ਨ ਆ ਜੀ? ਮੇਰੇ ਖਿਆਲ 'ਚ 20 ਦੇ ਕਰੀਬ ਪ੍ਰੋਗਰਾਮਰ ਨੇ ਯੂਨੀਵਰਸਿਟੀ ਦੇ ਵਿੱਚ। ਪ੍ਰੋਗਰਾਮਰ ਦਾ ਮਤਲਬ ਕੀ ਹੈ ਕਿ ਪ੍ਰੋਗਰਾਮ ਤੁਸੀਂ ਡਿਵੈਲਪ ਕਰਨਾ ਹੈ, ਕੋਈ ਸਾਈਡ ਬਣਾਉਣੀ ਹੈ, ਕੋਈ ਡਾਟਾ ਆਪਰੇਟ ਕਰਨਾ ਹੈ। ਸਿਸਟਮ ਐਨਾਲਿਸਟ ਨੇ 30-35 ਦੇ ਕਰੀਬ, ਤੇ ਸਾਨੂੰ ਐਗਜ਼ਾਮੀਨੇਸ਼ਨ ਲਈ ਜਾਂ ਹੋਰ ਡਿਪਾਰਟਮੈਂਟਾਂ ਲਈ ਸਾਨੂੰ ਬਾਹਰੋਂ ਸੌਫਟਵੇਅਰ ਖਰੀਦਣਾ ਪੈ ਰਿਹਾ। ਕੋਈ 50 ਲੱਖ ਦਾ ਖਰੀਦ ਰਿਹਾ, ਕੋਈ 40 ਲੱਖ ਦਾ, ਕੋਈ 10 ਲੱਖ ਦਾ। ਹੁਣ ਜਿਹੜੀ ਗੱਲ ਆਪਾਂ ਕਰਦੇ ਪਏ ਹਾਂ ਕਿ ਇਹਨਾਂ ਪ੍ਰੋਗਰਾਮਾਂ ਨੂੰ ਆਉਂਦਾ ਹੀ ਕੱਖ ਨਹੀਂਗਾ, ਮੈਂ ਕਹਿੰਦਾ ਕੱਖ ਨਹੀਂ ਆਉਂਦਾ ਇਹਨਾਂ ਨੂੰ। ਜੇਕਰ ਇੱਕ ਮੈਰਿਟ ਦੇ ਅਕੋਰਡਿੰਗ ਬੰਦਾ ਆਏਗਾ ਤਾਂ ਉਹ ਕੰਮ ਕਰੇਗਾ। ਜਦੋਂ ਮੈਂ ਕੋਈ ਸਿਫਾਰਿਸ਼ ਨਾਲ ਜਾਂ ਅੱਖਾਂ ਓਲੇ ਕਰਕੇ ਸਾਰਾ ਕੁਝ ਮੈਂ ਇਹੀ ਬੰਦਾ ਰੱਖਣਾ ਹੈ,
ਕਿਉਂਕਿ ਮੇਰੀ ਸ਼ਾਖ ਬਚੀ ਰਹੇ, ਮੇਰੀ ਸਰਕਾਰ ਨੇ ਮੈਨੂੰ ਕੰਮ ਆਖਿਆ, ਮੈਂ ਕਿਉਂਕਿ ਵਾਈਸ ਚਾਂਸਲਰ, ਮੈਂ ਅੱਜ ਵੀ ਕਹਿੰਦਾ ਵਾਈਸ ਚਾਂਸਲਰ ਸਰਕਾਰ ਦਾ ਇਹੀ ਇੱਕ ਬੰਦਾ ਹੈ, ਸਰਕਾਰ ਤੋਂ ਬਾਹਰ ਨਹੀਂ ਚੱਲ ਸਕਦਾ। ਪਰ ਜੇ ਇੰਨਾ ਹੀ ਅੰਨਾ ਹੋ ਜੇ ਬੰਦਾ, ਕਿਉਂਕਿ ਮੈਂ ਤਾਂ 10 ਸਾਲ ਲਾ ਕੇ ਆਪਣੇ ਘਰ ਤੁਰ ਜਾਣਾ, ਉਸ ਤੋਂ ਬਾਅਦ ਜੋ ਮਰਜ਼ੀ ਹੋਵੇ। ਅੱਜ ਜੇ 10 ਸਾਲ ਸਹੀ ਚੱਲਦੇ ਤਾਂ ਸ਼ਾਇਦ ਅੱਜ ਯੂਨੀਵਰਸਿਟੀ ਦੇ ਵਿੱਚ ਇਹ ਹਾਲਾਤ ਨਾ ਹੁੰਦੇ, ਲੋਕਾਂ ਨੂੰ ਸੜਕ ਤੇ ਬਹਿਣਾ ਨਾ ਪੈਂਦਾ, ਅੱਜ ਕੂੜਾ ਨਾ ਖਿਲਰਦਾ। ਕੂੜਾ ਤਾਂ ਪਹਿਲਾਂ 10 ਸਾਲ ਪਹਿਲਾਂ ਭਰਿਆ ਗਿਆ ਹੈ, ਇਹ ਖਿਲਰਿਆ ਹੋਣੇ। ਤੁਹਾਡੀ ਯੂਨੀਵਰਸਿਟੀ ਦੇ ਵਿੱਚ ਕੁਝ ਬਹੁਤ ਅੱਛੀਆਂ ਉਦਾਹਰਨਾਂ ਨੇ, ਕੰਬੋਜ ਸਾਹਿਬ ਨੇ ਜਾਂ ਲਹਿਲ ਸਾਹਿਬ ਨੇ, ਜਿਨ੍ਹਾਂ ਨੇ ਪੰਜਾਬੀ ਨੂੰ ਪ੍ਰਮੋਟ ਕਰਨ ਲਈ, ਡਿਜੀਟਲੀ ਪ੍ਰਮੋਟ ਕਰਨ ਲਈ ਵਿਸ਼ਵ ਭਰ ਦੇ ਵਿੱਚ ਆਪਣਾ ਨਾਮ ਬਣਾਇਆ। ਕੁਝ ਚੰਗੀਆਂ ਉਦਾਹਰਨਾਂ ਵੀ ਨੇ। ਉਹ ਸਰ ਲਿਮਟਿਡ ਬੰਦੇ ਨੇ। ਅੱਛਾ, ਉਹਨਾਂ ਨੂੰ ਫਿਰ ਫੈਸਿਲਿਟੀ ਕੀ ਹੈ? ਯੂਨੀਵਰਸਿਟੀ ਉਹਨਾਂ ਨੂੰ ਕੀ ਦੇ ਰਹੀ ਹੈ? ਉਹ ਪੰਜਾਬੀ ਲਈ ਵਧੀਆ ਕੰਮ ਕਰ ਰਹੇ ਨੇ, ਵੈਬਸਾਈਟਾਂ ਤਿਆਰ ਕਰ ਰਹੇ ਨੇ। ਮੈਂ 20 ਪ੍ਰੋਗਰਾਮਰਾਂ ਦੀ ਗੱਲ ਕੀਤੀ ਹੈ ਜੀ, ਬਾਕੀ 18 ਕਿੱਥੇ ਨੇ? ਉਹਨਾਂ ਦੇ ਕੀ ਕੰਮ ਹੈ? ਇੱਕ ਹੋਰ, ਤੁਸੀਂ ਯੂਥ ਨੂੰ ਇਸ ਵੇਲੇ ਰਿਪਰੈਜ਼ੈਂਟ ਕਰ ਰਹੇ ਹੋ, ਕਿਉਂਕਿ ਤੁਸੀਂ ਯੂਨੀਅਨਾਂ ਦੇ ਵਿੱਚ ਵੀ ਰਹੇ ਹੋ, ਸੈਫੀ ਦੇ ਵਿੱਚ ਵੀ ਤੁਹਾਡਾ ਵੱਡਾ ਰੋਲ ਰਿਹਾ ਹੈ ਜਦੋਂ ਬਣੀ ਹੈ। PhD ਦੇ ਸਟੂਡੈਂਟ ਬਹੁਤ ਜ਼ਿਆਦਾ ਐਕਸਪਲੋਇਟ ਹੁੰਦੇ ਨੇ, ਇਹ ਸ਼ਿਕਾਇਤਾਂ ਅਕਸਰ ਆਉਂਦੀਆਂ ਨੇ ਸਾਨੂੰ ਕਿ ਜੀ ਫਲਾਣਾ ਪ੍ਰੋਫੈਸਰ ਹੈ ਜੀ ਐਕਸਪਲੋਇਟ ਕਰਦੇ ਆ ਜੀ, ਜਾਂ ਸਾਨੂੰ ਕਹਿੰਦੇ ਆ ਕਿ ਪ੍ਰਾਈਵੇਟ ਯੂਨੀਵਰਸਿਟੀ 'ਚੋਂ ਕਰ ਲਓ ਜੀ ਜਾ ਕੇ PhD। ਤੁਹਾਨੂੰ ਲੱਗਦਾ ਪ੍ਰਾਈਵੇਟ ਯੂਨੀਵਰਸਿਟੀਆਂ ਦਾ ਜਾਂ ਕੋਈ ਹੋਰ ਨਿੱਜੀ ਕੰਪਨੀਆਂ ਦਾ ਜਾਂ ਨਿੱਜੀਵਾਦ ਦਾ ਕੋਈ ਵੱਡਾ ਰੋਲ ਹੈ ਯੂਨੀਵਰਸਿਟੀ ਨੂੰ ਢਾਹ ਲਾਉਣ ਦੇ ਵਿੱਚ? ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ। 1 ਨੰਬਰ ਸਵਾਲ PhD ਸਟੂਡੈਂਟ ਐਕਸਪਲੋਇਟ ਹੁੰਦੇ ਨੇ। 2 ਨੰਬਰ ਸਵਾਲ ਨਿੱਜੀ ਕੰਪਨੀਆਂ ਦਾ ਫਾਇਦਾ। ਪਹਿਲਾ ਸਵਾਲ ਤੁਹਾਡਾ PhD ਦਾ ਜੀ, ਜਾਂ MPhil ਜਾਂ PhD। ਵੈਸੇ ਬੇਸਿਕਲੀ ਤਾਂ ਯੂਨੀਵਰਸਿਟੀ ਬਣੀ ਹੀ ਇਸੇ ਕੰਮ ਲਈ ਸੀ। ਚਲੋ ਹੁਣ BA ਖੁੱਲ੍ਹੇਗੀ ਕੋਈ, ਪਲੱਸ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਕਿਤੇ 8ਵੀਂ 10ਵੀਂ ਨਾ ਖੋਲ੍ਹ ਦੇਣ, ਜਿਹੋ ਜਿਹੇ ਹਾਲਾਤ ਬਣੇ ਫਿਰਦੇ ਨੇ। ਯੂਨੀਵਰਸਿਟੀ MA MPhil ਜਾਂ PhD ਲਈ ਸੀ, ਯਾਨੀ ਕਿ ਰਿਸਰਚ ਲਈ ਇਹ ਯੂਨੀਵਰਸਿਟੀ ਦਾ ਮੀਨਿੰਗ ਵੀ ਇਹੀ ਸੀਗਾ। ਹੁਣ ਜਿਹੜੇ ਉੱਥੇ ਕੈਂਡੀਡੇਟ PhD ਕਰਨ ਆਉਂਦੇ ਨੇ, ਪਹਿਲੀ ਗੱਲ ਤਾਂ ਤੁਹਾਨੂੰ ਗਾਈਡ ਹੀ ਲੱਭਣਾ ਬਹੁਤ ਔਖਾ ਹੈ। ਜੇਕਰ ਮੇਰੀ ਕਿਤੇ ਜਾਣ ਪਛਾਣ ਹੈਗੀ ਹੈ ਤਾਂ ਹੀ ਕੋਈ ਗਾਈਡ ਆ ਕੇ ਮੈਨੂੰ, ਮੈਂ ਉਹਦੇ ਕੋਲ ਜਾ ਕੇ PhD ਕਰ ਸਕਦਾ। ਮੈਂ ਪਿਛਲੇ 15 ਸਾਲ ਦੀ ਜਰਨਲਿਜ਼ਮ 'ਚ ਇਹੀ ਸੁਣ ਰਿਹਾ ਕਿ ਗਾਈਡ ਹੀ ਐਕਸਪਲੋਇਟ ਕਰਦੇ ਨੇ ਜੀ, ਬਿਲਕੁਲ ਕਰਦੇ ਨੇ। ਘਰ ਦਾ ਕੰਮ ਵੀ ਕਰਾਉਂਦੇ ਨੇ, ਸਾਰਾ ਕੰਮ ਕਰਾਉਂਦੇ ਨੇ। ਉਹਨਾਂ ਨੂੰ ਤੇ ਇਹ ਕਿ ਸਾਨੂੰ ਇੱਕ ਫ੍ਰੀ ਦਾ ਬੰਦਾ ਮਿਲ ਗਿਆ, ਇਹਨੂੰ ਅਸੀਂ ਡਿਗਰੀ ਦੇਣੀ ਹੈ, ਯਾਨੀ ਕਿ ਹੁਣ ਸਾਡੇ ਆਸਾਨ ਦੇ ਥੱਲੇ ਹੈ, ਅਸੀਂ ਤਾਂ ਕੰਮ ਲੈ ਲਈਏ। ਕਈ ਤਾਂ ਇਹੋ ਜਿਹੀ ਵੀ ਮੈਂ ਬਲੇਮ ਨਹੀਂ ਲਾਉਂਦਾ ਕਿਸੇ ਤੇ, ਜੋ ਮੈਂ ਸੁਣਦਾ ਵਾਂ। ਬਲੇਮ ਨਹੀਂ, ਇਹ ਅਸਲੀ ਗੱਲ ਹੈ ਜੀ। ਹੁੰਦਾ ਆ, ਇਹਨਾਂ ਪ੍ਰੋਫੈਸਰਾਂ ਨੂੰ ਸ਼ਰਮ ਨਹੀਂ ਆਉਂਦੀ ਜਿਹੜੇ ਬੰਦੇ ਪੜ੍ਹੇ ਲਿਖੇ ਨੌਜਵਾਨਾਂ ਤੋਂ, MA MPhil ਵਾਲਿਆਂ ਤੋਂ ਘਰਾਂ ਦੇ ਵਿੱਚ ਗੱਡੀਆਂ ਸਾਫ਼ ਕਰਾਉਂਦੇ ਨੇ, ਆਪਣੇ ਜੁੱਤੇ ਪਾਲਿਸ਼ ਤੱਕ ਕਰਾਉਂਦੇ ਨੇ ਤੇ ਹੋਰ ਕਈ ਤਰੀਕਿਆਂ ਨਾਲ ਐਕਸਪਲੋਇਟ ਕਰਦੇ ਨੇ। ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਔਰ ਇਹਦੇ ਖਿਲਾਫ ਅੱਜ ਤੱਕ ਨਹੀਂ ਆਵਾਜ਼ ਉੱਠੀ ਜੀ। ਆਵਾਜ਼ ਉਠਾਏਗਾ ਕੌਣ ਜੀ? ਤੁਸੀਂ? ਮੈਂ ਉਠਾਈ ਆਵਾਜ਼। ਹੁਣ ਮੈਂ ਵੀ ਮੰਨ ਲਓ ਕਿ ਮੈਂ ਵੀ ਸਕਾਲਰ ਹਾਂ, ਮੈਂ ਇਹ ਸਕੈਮ ਖੜੇ ਕੀਤੇ ਨੇ, ਤੇ ਜਿਹੜਾ ਮੇਰਾ ਗੁਰੂ ਹੈ, ਗਾਈਡ ਹੈ, ਉਹਨੂੰ ਕਈ ਤਰ੍ਹਾਂ ਦੇ ਧਮਕੀਆਂ ਮਿਲਦੀਆਂ ਨੇ। ਉਹਨੂੰ ਪਿੱਛੇ ਕਰ ਲਓ, ਉਹ ਇੰਜ ਕਰ ਦਾਂਗੇ, ਉਹਦੀ ਅਸੀਂ ਡਿਗਰੀ ਰੋਕ ਦਾਂਗੇ। ਸਿਰਫ ਮੈਂ ਚੱਲ ਸਕਦਾ। ਉਹ ਕੁਛ ਕੁ ਬੰਦੇ ਨੇ ਯੂਨੀਵਰਸਿਟੀ ਦੇ ਵਿੱਚ ਜਿਹੜੇ ਕੀ ਕਹਿੰਦਾ ਯਾਰ ਕੋਈ ਗੱਲ ਨਹੀਂ ਵੇਖ ਲਾਂਗੇ। ਕੁਛ ਕੁ ਬੰਦੇ ਜਿਨ੍ਹਾਂ ਨੂੰ ਸਿਰਫ ਇਹੀ ਹੈ, ਜਿਨ੍ਹਾਂ ਨੂੰ ਅਜੇ ਪਤਾ ਹੀ ਕੋਈ ਨਹੀਂ ਹੈਗਾ ਕਿ ਜੇ ਕੱਲ੍ਹ ਨੂੰ ਮੈਨੂੰ ਫੋਨ ਆ ਗਿਆ ਜਾਂ ਮੇਰੇ ਗਾਈਡ ਨੂੰ ਫੋਨ ਅਗਲਾ ਕਹੇਗਾ ਯਾਰ ਤੂੰ ਇਹ ਕੰਮ ਕਰਦਾ, ਚੱਲ ਬਈ ਮੈਂ ਨਹੀਂ ਕਰਾਂਦਾ ਤੈਨੂੰ PhD, ਤੂੰ ਇਹੋ ਜਿਹੀ ਐਕਟੀਵਿਟੀ ਕਰਦਾ, ਉਹ ਤਾਂ ਮੇਰਾ ਬੰਦਾ ਹੈ, ਤੂੰ ਮੇਰੇ ਬੰਦੇ ਦੇ ਖਾਸ ਦੇ, ਮੇਰੇ ਬੰਦੇ ਖਾਸ ਦੇ ਤੂੰ ਖਿਲਾਫ ਹੋਈ ਜਾਂਦਾ। ਤੁਹਾਨੂੰ ਨਹੀਂ ਲੱਗਦਾ ਇਹੋ ਜਿਹੇ ਰੂਲ ਚੇਂਜ ਹੋਣੇ ਚਾਹੀਦੇ ਨੇ ਜੀ? ਜਿੱਥੇ ਮੋਦੀ ਸਰਕਾਰ ਇੰਨੇ ਵੱਡੇ ਵੱਡੇ ਜੰਮੂ ਕਸ਼ਮੀਰ ਵਰਗੇ ਰੂਲ ਚੇਂਜ ਕਰਤੇ, PhD ਸਕਾਲਰਸ ਐਕਸਪਲੋਇਟ ਹੋ ਰਹੇ ਨੇ, ਦੇਸ਼ ਦਾ ਭਵਿੱਖ ਐਕਸਪਲੋਇਟ ਹੁੰਦਾ ਆ। ਜਿਹੜੇ ਬੰਦੇ ਦੇ ਹੱਥ 'ਚ ਕਲਮ ਹੋਣੀ ਚਾਹੀਦੀ ਹੈ, ਰਿਸਰਚ ਵਰਕ ਹੋਣਾ ਚਾਹੀਦਾ ਆ, ਉਹਦੇ ਹੱਥ 'ਚ ਤੁਸੀਂ ਬੂਟ ਪਾਲਿਸ਼ ਕਰਨ ਵਾਲਾ ਬ੍ਰਸ਼ ਦੇ ਦਿੰਦੇ ਹੋ। ਤਾਂ ਇਹ ਤਾਂ 10 ਸਾਲ ਲੱਗ ਜਾਂਦੇ ਨੇ ਜੀ। ਰਿਸਰਚ ਵਰਕ ਵੈਸੇ ਤਾਂ 3 ਸਾਲ ਦਾ ਟਾਈਮ ਹੈ, ਪਰ ਮੈਨੂੰ ਨਹੀਂ ਲੱਗਦਾ ਕੋਈ 6 ਜਾਂ 7 ਸਾਲਾਂ ਤੋਂ ਪਹਿਲਾਂ ਇਸ ਨੂੰ ਪੂਰਾ ਕਰਦਾ ਹੋਏਗਾ। ਔਰ ਉਹ ਵੀ ਰੋ ਰੋ ਕੇ, ਸਟੂਡੈਂਟ ਉਹ ਵੀ ਮਿੰਨਤਾਂ ਕਰ ਕੇ, ਪਾਣੀ ਭਰ ਕੇ ਤਾਂ ਜਾ ਕੇ PhD ਹੁੰਦੀ। ਯਾਨੀ ਕਿ ਇੱਕ ਆਸਾਨ, ਮੈਨੂੰ PhD ਇੱਕ ਆਸਾਨ ਕਰਨ ਵਾਲਾ ਸਿਸਟਮ ਹੈ ਇਹ। ਮੈਨੂੰ ਲੱਗਦਾ ਕਿ ਇਹਦੇ ਖਿਲਾਫ ਵੀ ਤੁਹਾਨੂੰ ਆਵਾਜ਼ ਉਠਾਉਣੀ ਚਾਹੀਦੀ ਹੈ। ਜਿੱਥੇ ਯੂਨੀਵਰਸਿਟੀ ਦੇ ਇੰਨੇ ਮੁੱਦੇ ਨੇ ਤਾਂ ਇਹੋ ਜਿਹੀ ਵੀ ਇੱਕ ਯੂਨੀਅਨ ਹੋਣੀ ਚਾਹੀਦੀ ਹੈ ਜਿਹੜੀ PhD ਸਕਾਲਰਸ ਦੇ ਲਈ ਆਵਾਜ਼ ਉਠਾਏ, ਤਾਂ ਜੋ ਅਜਿਹਾ ਕੋਈ ਵੀ ਪ੍ਰੋਫੈਸਰ ਜਿਹੜਾ ਕਿ ਐਕਸਪਲੋਇਟ ਕਰਨਾ ਚਾਹੁੰਦਾ ਹੈ, ਉਹਦੇ ਲਈ ਅਸੀਂ ਘਟੀਆ ਸ਼ਬਦ ਵੀ ਵਰਤ ਸਕਦੇ ਹਾਂ, ਕਿਉਂਕਿ ਉਹ ਐਕਸਪਲੋਇਟ ਕਰ ਰਹੇ ਸਾਡੀ ਜਵਾਨੀ ਨੂੰ, ਸਾਡੇ ਯੂਥ ਨੂੰ, ਸਾਡੇ ਸਕਾਲਰਸ ਨੂੰ, ਸਾਡੀ ਰਿਸਰਚ ਨੂੰ, ਜਿਹੜੀ ਦੇਸ਼ ਦੇ ਲਈ ਕੰਮ ਆ ਸਕਦੀ ਹੈ। ਅਸੀਂ ਉਹਨਾਂ ਨੂੰ ਘਟੀਆ ਸ਼ਬਦ ਜੇ ਕਹਿੰਦੇ ਹਾਂ ਤਾਂ ਕੋਈ ਅਤ ਕਥਨੀ ਨਹੀਂ ਹੈ,
ਤਾਂ ਮੈਨੂੰ ਲੱਗਦਾ ਕਿ ਇਹਦੇ ਲਈ ਵੀ ਆਵਾਜ਼ ਉੱਠਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਯੂਥ ਨੂੰ ਇਸ ਬਾਰੇ ਜਾਣਨਾ ਪਏਗਾ ਕਿ ਤੁਸੀਂ ਤਾਂ PhD ਕਰਨ ਆ ਰਹੇ ਹੋ, ਹਾਇਰ ਡਿਗਰੀ ਹੈ, ਇਸ ਤੋਂ ਵੱਧ ਤਾਂ ਹੈ ਹੀ ਨਹੀਂ ਕੱਖ। ਜਦੋਂ ਤੱਕ ਯੂਥ ਜਾਂ ਤਾਂ ਤੁਸੀਂ ਡਰ ਕੇ ਜੇ ਤੋਂ ਡਿਗਰੀ ਲੈਣੀ ਹੈ ਫਿਰ ਤਾਂ ਹੋਏਗਾ ਇਸ ਤਰ੍ਹਾਂ ਹੀ। ਜੇਕਰ ਤੁਸੀਂ ਆਪਣਾ ਹੱਕ ਸਮਝ ਕੇ ਡਿਗਰੀ ਕਰਨੀ ਹੈ ਫਿਰ ਇਸ ਤਰ੍ਹਾਂ ਨਹੀਂ ਹੋਏਗਾ ਜੀ। ਪਰ ਸਮੱਸਿਆ ਇੱਥੇ ਸਰ ਇਹ ਆ ਜਾਂਦੀ ਹੈ ਨਾ, ਮੰਨ ਲਓ ਕਿ ਆਏ ਸਾਲ ਯੂਨੀਵਰਸਿਟੀ ਟੈਸਟ ਕੰਡਕਟ ਕਰਦੀ ਹੈ, ਉਹਦੇ ਵਿੱਚ ਸੀਟਾਂ 5-4 ਹੁੰਦੀਆਂ ਨੇ ਇੱਕ ਡਿਪਾਰਟਮੈਂਟ 'ਚ ਜਾਂ 3 ਹੁੰਦੇ ਨੇ, ਕੈਂਡੀਡੇਟ 15 ਨਿਕਲ ਆਉਂਦੇ ਨੇ। ਉਹ 15 ਕੈਂਡੀਡੇਟ ਤਰਲੇ ਮਿੰਨਤਾਂ ਕਰ ਕਰਕੇ ਅਗਲਾ ਕਹਿੰਦਾ ਮੈਨੂੰ ਬਹੁਤ ਮੁਸ਼ਕਿਲ ਨਾਲ ਸੀਟ ਮਿਲੀ ਹੈ, ਮੈਨੂੰ ਕੱਲ੍ਹ ਨੂੰ ਇਹ ਛੱਡ ਨਾ ਦੇਵੇ, ਮੈਂ ਰੁਲ ਜਾਵਾਂਗਾ, ਇਹ ਕਰ ਦਾਂਗਾ। ਜਾਣੀ ਕਿ ਯੂਨੀਵਰਸਿਟੀ ਜਦੋਂ ਤੁਹਾਡੇ ਕੋਲ ਸੀਟਾਂ ਹੀ ਨਹੀਂ ਹੈਗੀਆਂ ਜਾਂ ਸੀਟਾਂ ਉਨੀਆਂ ਹੀ ਨੇ ਤਾਂ ਜਿਹੜੇ 1 ਸਾਲ ਛੱਡ ਕੇ ਤੁਸੀਂ ਕੰਡਕਟ ਕਰਾਓਗੇ। ਸੰਧੂ ਸਾਹਿਬ, ਜਿਹੜਾ ਬੰਦਾ ਇੱਕ ਵਾਰੀ ਸਿਲੈਕਟ ਹੋ ਗਿਆ ਘੱਟੋ ਘੱਟ ਉਹ ਤਾਂ ਐਕਸਪਲੋਇਟ ਨਾ ਹੋਵੇ। ਬਿਲਕੁਲ, ਮੈਂ ਤਾਂ ਇਹ ਗੱਲ ਕਹਿ ਰਿਹਾ, ਤੁਸੀਂ 15 ਚੋਂ 3 ਸਿਲੈਕਟ ਕਰ ਲਏ, ਉਹ 3 ਤਾਂ ਨਾ ਐਕਸਪਲੋਇਟ ਹੋਣ ਘੱਟੋ ਘੱਟ। ਉਹਨਾਂ ਨੂੰ ਇਹ ਤਾਂ ਨਾ ਕਿਹਾ ਜਾਏ ਭਾਈ ਮੈਂ ਨਹੀਂ ਕਰਾ ਸਕਦਾ, ਪ੍ਰਾਈਵੇਟ ਯੂਨੀਵਰਸਿਟੀ ਚਲੀ ਜਾ, ਫਲਾਣੀ ਯੂਨੀਵਰਸਿਟੀ ਪਈ ਹੈ। ਦੇਖੋ ਇਹ ਪ੍ਰੋਫੈਸਰ ਦਾ ਰਾਈਟ ਹੈ ਹਾਂ ਵੀ ਤੁਸੀਂ ਸਟੂਡੈਂਟ ਨੂੰ PhD ਕਰਾਣੀ ਹੈ, ਪਰ ਕਈਆਂ ਕੋਲ ਸੀਟਾਂ ਖਾਲੀ ਨਹੀਂ ਕਰਾਉਂਦੇ ਜੀ। ਇੱਥੇ ਹੁਣ ਵਾਈਸ ਚਾਂਸਲਰ ਤਨਖਾਹਾਂ 1.5 ਲੱਖ ਰੁਪਏ 2 ਲੱਖ ਰੁਪਏ ਤਨਖਾਹ ਹੈ ਜੀ, ਤੇ ਕੰਮ ਅਸੀਂ ਕੀ ਕਰਦੇ ਪਏ ਹਾਂ? ਹੁਣ ਯੂਨੀਵਰਸਿਟੀ ਨੂੰ ਖੋਰਾ ਲਾ ਰਹੇ ਹਾਂ। ਐਂਟੀਕ ਫਰਨੀਚਰ ਦਾ ਹੀ ਮੁੱਦਾ ਉੱਠਿਆ ਸੀ ਜੀ ਪਿੱਛੇ ਜੇ ਖਬਰਾਂ ਦੇ ਵਿੱਚ ਸੀਗਾ, ਉਹਦੇ ਕਰਕੇ ਵੀ ਮਤਲਬ ਇਹ ਛੋਟੀਆਂ ਚੀਜ਼ਾਂ ਜਦੋਂ ਕੰਪਾਈਲ ਹੁੰਦੀਆਂ ਨੇ, ਇਕੱਠੀਆਂ ਹੁੰਦੀਆਂ ਨੇ, ਉਹ ਕਹਿੰਦੇ ਨਾ ਕਿ ਲਾਵਾ ਬਣਦਾ ਰਹੇ ਇੱਕ ਦਿਨ ਫੁੱਟਦਾ ਆ, ਤੇ ਉਹ ਲਾਵਾ ਬਣ ਹੀ ਜਾਂਦਾ ਹੈ। ਐਂਟੀਕ ਫਰਨੀਚਰ ਦੀਆਂ ਵੀ ਖਬਰਾਂ ਆਈਆਂ ਸੀ ਕਿ ਕਿਤੇ ਬਾਹਰ ਵਿਕਦਾ ਆ ਜੀ। ਐਂਟੀਕ ਫਰਨੀਚਰ 2014 ਦੇ ਵਿੱਚ ਯੂਨੀਵਰਸਿਟੀ 'ਚੋਂ ਚੋਰੀ, ਮੈਂ ਚੋਰੀ ਕਹਿ ਸਕਦਾ ਕਿਉਂਕਿ ਵਿਕਿਆ ਤਾਂ ਹੈ ਨਹੀਂਗਾ ਜੀ। ਯੂਨੀਵਰਸਿਟੀ ਨੇ ਇੱਕ ਐਡ ਕੱਢੀ ਸੀਗੀ 2 ਅਖਬਾਰਾਂ ਦੇ ਵਿੱਚ ਕਿ ਸਾਡੇ ਕੋਲ ਕੋਈ ਪੁਰਾਣਾ ਸਮਾਨ ਪਿਆ ਹੈ, ਅਸੀਂ ਦੀ ਬੋਲੀ ਕਰਨੀ ਹੈ, ਟੈਂਡਰ ਦੇ ਦਿਓ। ਉਸ ਤੋਂ ਪਹਿਲਾਂ ਪੁਰਾਤਨ ਵਿਭਾਗ ਪੰਜਾਬ, ਪੁਰਾਤਤਵ ਵਿਭਾਗ, ਹਾਂ, ਉਹਨਾਂ ਦੇ ਜਿਹੜੇ ਡਾਇਰੈਕਟਰ ਸਨ MPS ਰੰਧਾਵਾ, ਉਹਨਾਂ ਨੇ ਇੱਕ ਲੈਟਰ ਲਿਖਿਆ ਕਿ ਸਾਡੇ ਡਿਪਾਰਟਮੈਂਟ ਨੂੰ ਇਸ ਫਰਨੀਚਰ ਦੀ ਲੋੜ ਹੈ। ਟੈਂਡਰ ਜਾਂ ਬੋਲੀ ਹੋਣ ਤੋਂ ਪਹਿਲਾਂ ਹੀ ਹਫ਼ਤਾ ਪਹਿਲਾਂ ਉਹ ਸਾਰਾ ਸਮਾਨ ਚੁਕਾ ਦਿੱਤਾ ਗਿਆ, ਸਿਰਫ 70,000 ਰੁਪਏ 'ਚ, ਉਹ ਵੀ ਕੈਸ਼ ਪੇਮੈਂਟ ਦਿੱਤੀ ਉਹਨਾਂ ਨੇ। ਯਾਨੀ ਕਿ ਕੋਈ ਸਰਕਾਰੀ ਅਧਾਰਾ, ਪਹਿਲੀ ਗੱਲ ਕੈਸ਼ ਪੇਮੈਂਟ ਹੀ ਨਹੀਂ ਲੈਂਦਾ ਹੈਗਾ ਜੀ। ਦੂਜੀ ਗੱਲ, ਯੂਨੀਵਰਸਿਟੀ ਕੋਲ ਕੋਈ ਰਿਕਾਰਡ ਨਹੀਂ ਹੈਗਾ ਕਿ ਅਸੀਂ ਸਮਾਨ ਕੀ ਦਿੱਤਾ ਹੈ। ਤੁਹਾਡੇ ਕੋਲ ਹੈ ਰਿਕਾਰਡ? ਮੇਰੇ ਕੋਲ ਸਾਰਾ ਰਿਕਾਰਡ ਹੈਗਾ। ਕੀ ਕੁਛ ਸੀ ਜੀ ਉਹ? ਉਹਦੇ ਵਿੱਚ 110 ਟੇਬਲ ਨੇ, 70 ਕੁਰਸੀਆਂ ਨੇ ਐਂਟੀਕ, 7 ਅਲਮੀਰਾ ਨੇ ਤੇ 6-7 ਲਾਇਬ੍ਰੇਰੀ ਟੇਬਲ ਨੇ ਵੱਡੇ। ਇਹ ਤੁਸੀਂ ਜਾਣ ਕੇ ਹੈਰਾਨ ਹੋਵੋਗੇ, ਹਜੇ ਪਿਛਲੇ ਹਫਤੇ ਦੀ ਹੀ ਖਬਰ ਹੈ, ਇਟਲੀ ਦੇ ਵਿੱਚ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਦਾ ਇੱਕ ਟੇਬਲ ਵਿਕਿਆ ਹੈ 57 ਲੱਖ ਰੁਪਏ ਦਾ। ਹਾਂ, ਤੇ ਜੇ ਇੰਨੇ ਟੇਬਲ ਕੁਰਸੀਆਂ ਵਿਕਣਗੇ, ਤੁਸੀਂ ਯੂਨੀਵਰਸਿਟੀ ਦਾ ਘਾਟਾ ਵੈਸੇ ਹੀ ਪੂਰਾ ਹੁੰਦਾ। 28-29 ਤਰੀਕ ਨੂੰ ਫਿਰ ਬੋਲੀ ਹੈ ਉੱਥੇ, ਫਿਰ ਐਂਟੀਕ ਫਰਨੀਚਰ ਉੱਥੇ ਵਿਕਣਾ ਹੈ। ਇੱਕ ਕੁਰਸੀ ਅੱਜ ਤੋਂ 2-3 ਸਾਲ ਪਹਿਲਾਂ ਵਿਕੀ ਸੀਗੀ ਪੰਜਾਬੀ ਯੂਨੀਵਰਸਿਟੀ ਦੀ 10 ਲੱਖ ਰੁਪਏ ਦੀ। ਪਿੱਛੇ 1 ਮਹੀਨਾ ਪਹਿਲਾਂ ਫਿਰ ਉੱਥੇ ਪੈਰਿਸ 'ਚ ਹੋਈ ਹੈ ਬੋਲੀ, ਪੰਜਾਬੀ ਯੂਨੀਵਰਸਿਟੀ ਦੀਆਂ 10 ਕੁਰਸੀਆਂ ਵਿਕੀਆਂ ਨੇ 1 ਕਰੋੜ 75 ਲੱਖ ਰੁਪਏ ਦੀਆਂ, ਤੇ 28-29 ਨੂੰ ਫਿਰ ਹੋ ਰਹੀ ਹੈ ਆਪਣਾ ਬੋਲੀ ਉੱਥੇ। ਯਾਨੀ ਕਿ ਕਰੋੜਾਂ ਰੁਪਏ ਦਾ ਸਕੈਮ, ਸ਼ਰਮ ਆਉਣੀ ਚਾਹੀਦੀ ਹੈ, ਕਰੋੜਾਂ ਰੁਪਏ ਦਾ ਸਕੈਮ ਜੀ। ਇਹਨੂੰ ਆਪਾਂ 100 ਜਾਂ 200 ਕਰੋੜ ਰੁਪਇਆ ਕਹਿ ਸਕਦੇ ਹਾਂ ਕਿ ਯੂਨੀਵਰਸਿਟੀ ਨਾ ਜਿਹੜਾ 70,000 ਨੂੰ ਚੁਕਾ ਦਿੱਤਾ ਵੀ ਚੱਕੋ ਕਵਾੜ, ਪਰ ਅਸਲੀਅਤ ਵਿੱਚ ਕਵਾੜ ਨਹੀਂ ਸੀ। ਪੁਰਾਤਨ ਵਿਭਾਗ ਨੂੰ ਕਵਾੜ ਚਾਹੀਦਾ। ਸਾਡੀ ਯੂਨੀਵਰਸਿਟੀ ਕੋਲ ਵੀ ਮਿਊਜ਼ੀਅਮ ਹੈਗਾ, ਉੱਥੇ ਰੱਖਿਆ ਜਾਂਦਾ, ਪਹਿਲੇ ਕੋਲ ਸਾਰਾ ਵਰਤਨਯੋਗ ਸਮਾਨ ਸੀਗਾ ਉਹ। ਇਹ ਤਾਂ ਸਿਰਫ ਜਿਹੜਾ ਰਿਕਾਰਡ ਜਿਹੜਾ ਉੱਥੋਂ ਮਿਲਿਆ, ਉਸ ਤੋਂ ਬਾਅਦ ਜਿਹੜਾ ਹੋਰ ਚੋਰੀ ਹੋਇਆ ਹੈ ਉਸ ਦਾ ਕੋਈ ਰਿਕਾਰਡ ਨਹੀਂਗਾ। ਸੋ ਇਹੋ ਜਿਹੀਆਂ ਘਟਨਾਵਾਂ ਨੇ ਜਿਸ ਕਰਕੇ ਅੱਜ ਯੂਨੀਵਰਸਿਟੀ ਦਾ ਫਾਲ ਡਾਊਨ ਹੋਇਆ ਹੈ ਜੀ। ਸੰਧੂ ਸਾਹਿਬ, ਆਸ ਕਰਾਂਗੇ ਕਿ ਅਸੀਂ ਸਰਕਾਰਾਂ ਤੱਕ ਇਹ ਗੱਲ ਪਹੁੰਚਾ ਸਕੀਏ ਕਿ ਯੂਨੀਵਰਸਿਟੀ ਦੇ ਵਿੱਚ ਜੋ ਕੁਝ ਘਾਟੇ ਪੈ ਰਹੇ ਨੇ ਸਾਡੀਆਂ ਆਪਣੀਆਂ ਗਲਤੀਆਂ ਨੇ, ਚਾਹੇ ਉਹ ਅਕਾਲੀ ਸਰਕਾਰ ਹੈ ਚਾਹੇ ਕਾਂਗਰਸੀ ਸਰਕਾਰ ਹੈ। ਜੇ ਕਾਂਗਰਸ ਦੀ ਸਰਕਾਰ ਇਸ ਵੇਲੇ ਡਿਲੇ ਕਰ ਰਹੀ ਹੈ ਇਨਕੁਆਇਰੀ ਲਈ, ਤਾਂ ਉਹ ਵੀ ਬਰਾਬਰ ਦੀ ਜ਼ਿੰਮੇਵਾਰ ਹੈ। ਜੇ ਕਹਿੰਦੇ ਜੀ ਜ਼ੁਲਮ ਕਰਨਾ ਇੱਕ ਪਾਪ ਹੈ ਤਾਂ ਜ਼ੁਲਮ ਸਹਿਣਾ ਵੀ ਪਾਪ ਹੈ। ਜੇ ਤੁਸੀਂ ਆਵਾਜ਼ ਹੀ ਨਹੀਂ ਚੱਕ ਸਕਦੇ ਭਾਈ ਜੇ ਕਿਸੇ ਨੇ ਗਲਤੀ ਕੀਤੀ ਹੈ, ਚਾਹੇ ਉਹ ਪਿਛਲੀ ਕਾਂਗਰਸ ਸਰਕਾਰ ਦੀ ਗਲਤੀ ਹੋਵੇ ਜੀ, ਚਾਹੇ ਅਕਾਲੀ ਸਰਕਾਰ ਦੀ ਹੋਵੇ, ਚਾਹੇ ਹੁਣ ਦੀ ਕਾਂਗਰਸ ਸਰਕਾਰ ਦੀ ਗਲਤੀ ਹੋਵੇ, ਪਰ ਯੂਨੀਵਰਸਿਟੀ ਨੂੰ ਬਚਾਉਣ ਲਈ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ। ਜਿਸ ਤਰੀਕੇ ਨਾਲ ਇਸ ਵੇਲੇ
ਪ੍ਰੋਟੈਸਟ ਚੱਲ ਰਹੇ ਨੇ ਆਲ ਓਵਰ ਇੰਡੀਆ ਕਿ ਅਸੀਂ ਕਿਸਾਨੀ ਬਚਾ ਲਈਏ, ਤਾਂ ਮੈਨੂੰ ਲੱਗਦਾ ਪੰਜਾਬੀ ਨੂੰ ਬਚਾਉਣ ਲਈ ਪੰਜਾਬੀ ਯੂਨੀਵਰਸਿਟੀ ਦੀ ਹੋਂਦ ਨੂੰ ਬਰਕਰਾਰ ਰੱਖਣਾ ਬਹੁਤ ਜ਼ਿਆਦਾ ਅਹਿਮ ਗੱਲ ਹੈ। ਸੰਧੂ ਸਾਹਿਬ, ਅੱਜ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਤੇ ਅਸੀਂ ਆਸ ਕਰਾਂਗੇ ਕਿ ਦਰਸ਼ਕਾਂ ਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਊਗਾ। ਇਹਨੂੰ YouTube ਤੇ ਇੰਨਾ ਪ੍ਰਚਾਰੋ ਪਸਾਰੋ ਕਿ ਪਟਿਆਲੇ ਦੇ ਵਿੱਚ ਇਹ ਸ਼ੋਅ ਹੋਇਆ ਤਾਂ ਇਹਦੀ ਧਮਕ ਲੰਡਨ, ਅਮਰੀਕਾ, ਆਸਟ੍ਰੇਲੀਆ ਸਾਰੇ ਪਾਸੇ ਪਏ। ਜਿੱਥੇ ਜਿੱਥੇ ਐਲੂਮਨੀ ਬੈਠੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ, ਜਿੱਥੇ ਜਿੱਥੇ ਦਾ ਕੋਈ ਸਟੂਡੈਂਟ ਬੈਠਾ ਆ, ਉਹਦੇ ਤੱਕ ਇਹ ਚੀਜ਼ ਜ਼ਰੂਰ ਪਹੁੰਚੇ ਕਿ ਤੁਹਾਡੀ ਆਪਣੀ ਯੂਨੀਵਰਸਿਟੀ ਅੱਜ ਵਿਕਣ ਦੇ ਕਗਾਰ ਤੇ ਖੜੀ ਹੈ, ਉਹਨੂੰ ਬਚਾ ਲਓ, ਕਿਸੇ ਤਰੀਕੇ ਬਚਾ ਲਓ। ਇਹੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ। ਇਹੀ ਸ਼ਾਇਦ ਹਰਵਿੰਦਰ ਸੰਧੂ ਹੋਣੀ ਲੰਮੇ ਚਿਰ ਤੋਂ ਕੋਸ਼ਿਸ਼ ਕਰ ਰਹੇ ਨੇ, ਅੱਡੋ ਅੱਡ ਤਰੀਕੇ ਨਾਲ ਸ਼ਿਕਾਇਤਾਂ ਕਰਕੇ ਕਿ ਭਾਈ ਇਹਨੂੰ ਬਚਾਇਆ ਜਾਵੇ, ਇਹਦਾ ਖਰਚਾ ਘਟਾਇਆ ਜਾਵੇ। ਗੱਲ ਮਕਸਦ ਸਿਰਫ ਇਹ ਨਹੀਂ ਹੈ ਕਿ ਨਜਾਇਜ਼ ਭਰਤੀਆਂ ਹੋਈਆਂ ਜੀ ਉਹਨਾਂ ਨੂੰ ਹਟਾ ਲਓ। ਅਸੀਂ ਬਿਲਕੁਲ ਨਹੀਂ ਚਾਹੁੰਦੇ ਕਿਸੇ ਦੀ ਨੌਕਰੀ ਜਾਵੇ। ਅਸੀਂ ਚਾਹੁੰਦੇ ਠੀਕ ਹੈ ਜਿਹੜੇ ਭਰਤੀ ਕਰ ਲਏ ਉਹ ਵੀ ਠੀਕ ਹੈ। ਚੈਨਲ ਵੱਲੋਂ ਅਸੀਂ ਇਹ ਪੱਕੀ ਗੱਲ ਕਹਿੰਦੇ ਕਿ ਅਸੀਂ ਨਹੀਂ ਚਾਹੁੰਦੇ ਕਿਸੇ ਦੀ ਨੌਕਰੀ ਖੋਣੀ, ਪਰ ਜੇ ਯੂਨੀਵਰਸਿਟੀ ਇਸ ਵੇਲੇ ਲਾਸ 'ਚ ਹੈ ਤਾਂ ਉਹਨੂੰ ਪ੍ਰੋਫਿਟ 'ਚ ਕਿੱਦਾਂ ਲਿਆਇਆ ਜਾਵੇ, ਅਸਲੀ ਮਕਸਦ ਇਹ ਹੈ। ਵਿਜੀਲੈਂਸ ਵਾਲੇ ਜੇ ਆਪਣਾ ਕੰਮ ਨਹੀਂ ਕਰ ਰਹੇ, ਉਹਨਾਂ ਨੂੰ ਖਿੱਚਿਆ ਜਾਏ ਕਿ ਭਾਈ ਤੁਸੀਂ ਆਪਣਾ ਕੰਮ ਕਰੋ, ਇਨਕੁਆਇਰੀ ਕਰੋ, ਜਿਹੜੀ ਬਣਦੀ ਸਜ਼ਾ ਦਿਓ। ਜੇ ਨਹੀਂ ਵੀ ਦੇਣੀ, ਤੁਸੀਂ ਪੋਲੀਟੀਕਲ ਮੋਟਿਵ ਕਰਨਾ ਹੈ, ਵੋਟਾਂ ਗੇਨ ਕਰਨੀਆਂ ਆ, ਤਾਂ ਤੁਸੀਂ ਮਾਫ ਕਰ ਦਿਓ ਸਾਰਿਆਂ ਨੂੰ। ਕੋਈ ਜੀ ਇਹ ਸ਼ਿਕਾਇਤੀ ਪਾਏ ਗਏ ਸੀਗੇ, ਜਿੱਦਾਂ ਅਸੀਂ ਅਕਸਰ ਕਹਿੰਦੇ ਨੇ ਕਿ ਜੀ ਇਹ ਇੰਨੀ ਤਰੀਕ ਤੱਕ ਟੈਕਸ ਭਰ ਦਿਓ ਤੇ ਸਮਾਪਤੀ ਹੋ ਜੂਗੀ, ਟੈਕਸ ਤੁਹਾਡਾ ਅੱਧਾ ਹੋ ਜੂਗਾ। ਇਹਨਾਂ ਨੂੰ ਛੂਟ ਦੇ ਦਿਓ, ਸਭ ਨੂੰ ਦੇ ਦਿਓ ਨੌਕਰੀਆਂ, ਜਿਨ੍ਹਾਂ ਦੀਆਂ ਲੱਗੀਆਂ ਹੋਈਆਂ ਸਭ ਨੂੰ ਦੇ ਦਿਓ ਨੌਕਰੀਆਂ। ਪਰ ਗਲਤੀ ਅੱਗੇ ਨੂੰ ਕੋਈ ਇਹੋ ਜਿਹੀ ਨਾ ਕਰੇ। ਉਸ ਚੀਜ਼ ਲਈ ਜ਼ਿੰਮੇਵਾਰੀ ਫਿਕਸ ਹੋਣੀ ਬਹੁਤ ਜ਼ਰੂਰੀ ਹੈ। ਤੇ ਯੂਨੀਵਰਸਿਟੀ ਨੂੰ ਅੱਗੇ ਕਿੱਦਾਂ ਵਧਾਇਆ ਜਾਵੇ ਕਿ ਜਿਹੜੇ ਪ੍ਰੋਫੈਸਰ, ਜਿਹੜੇ ਯੂਨੀਵਰਸਿਟੀ ਦੇ ਐਲੂਮਨੀ ਹੈ, ਜਿਹੜੇ ਇੱਥੋਂ ਪੜ੍ਹ ਲਿਖ ਕੇ ਵੱਡੇ ਵੱਡੇ ਮੰਤਰੀ ਵੀ ਬਣੇ ਹੋਏ ਨੇ ਕਈ, ਉਹਨਾਂ ਨੂੰ ਥੋੜਾ ਹਿੱਸਾ ਪਾ ਕੇ ਯੂਨੀਵਰਸਿਟੀ ਨੂੰ ਖੜਾ ਕਰਨਾ ਚਾਹੀਦਾ ਆ, ਜਾਂ ਪ੍ਰਾਈਵੇਟ ਫਰਮਾਂ ਦੇ ਹੱਥ ਦੇ ਵਿੱਚ ਤੁਸੀਂ ਇਹਨੂੰ ਜ਼ਮੀਨ ਨੂੰ ਦੇਣਾ ਚਾਹ ਰਹੇ ਹੋ ਕਿ ਭਾਈ ਆ ਤੁਸੀਂ ਚੱਕੋ ਜੀ ਤੇ ਤੁਸੀਂ ਉਹ ਖੜੀ ਕਰੋ, ਸਾਡੇ ਤਾਂ ਹੱਥ ਖੜੇ ਹੋ ਗਏ ਆ। ਜੇ ਇਹੋ ਜਿਹੀ ਕੋਈ ਗੱਲ ਹੈ ਤਾਂ ਸ਼ਾਇਦ ਸਾਡੇ ਤੇ ਲਾਹਨਤ ਹੈ ਜੀ। ਇਹ ਅੱਜ ਲਈ ਬਹੁਤ ਬਹੁਤ ਧੰਨਵਾਦ।